ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਫੋਕਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਪਿਆਰੇ ਦਰਸ਼ਕੋ, ਪੰਜਾਬ ਮੇਲ USA TV ਚੈਨਲ ਦੇ ਵਿੱਚ ਅਸੀਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਪੰਜਾਬ ਨਾਲ ਸੰਬੰਧਿਤ ਨਹੀਂ, ਸਾਰੇ ਦੇਸ਼ਾਂ ਪ੍ਰਦੇਸ਼ਾਂ ਨਾਲ ਸੰਬੰਧਿਤ ਮਸਲਿਆਂ ਨੂੰ ਤੁਹਾਡੀ ਨਜ਼ਰ ਕਰਦੇ ਹਾਂ। ਤਾਂ ਅੱਜ ਅਸੀਂ ਉਹ ਮਸਲੇ ਲਵਾਂਗੇ ਜਿਹੜੇ ਬਿਲਕੁਲ ਕਰੰਟਲੀ ਵਾਪਰੇ ਨੇ ਔਰ ਉਹਨਾਂ ਦਾ ਕਿੰਨਾ ਕੁ ਹੱਲ ਹੋਇਆ। ਤੇ ਖੰਨਾ ਜੀ, ਅੱਜ ਅਸੀਂ ਦਰਸ਼ਕਾਂ ਨੂੰ ਦੱਸੀਏ ਕਿ ਉਹ ਕਿਹੜੇ ਮਸਲੇ ਨੇ ਜਿਹੜੇ ਉਹਨਾਂ ਤੱਕ ਅਸੀਂ ਨਜ਼ਰ ਕਰਨਾ ਚਾਹ ਰਹੇ। ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਅਮਰੀਕਾ ਚੱਲਦੇ ਹਾਂ। ਜੀ ਜੀ। ਤੇ ਜੋ ਰਾਸ਼ਟਰਪਤੀ ਜੋ ਬਾਈਡਨ ਨੇ ਉਹਨਾਂ ਦੇ ਘਰ ਦੀ ਤਲਾਸ਼ੀ ਚੱਲ ਰਹੀ ਹੈ। ਜਿਵੇਂ ਕਿਸੇ ਵਕਤ ਸਾਬਕਾ ਜੋ ਡੋਨਾਲਡ ਟਰੰਪ ਰਾਸ਼ਟਰਪਤੀ ਨੇ ਉਹਨਾਂ ਦੇ ਘਰ ਵੀ ਤਲਾਸ਼ੀ ਹੋਈ ਸੀ, ਉਹਨਾਂ ਦੇ ਫਾਰਮ ਹਾਊਸ ਦੀ ਵੀ ਤਲਾਸ਼ੀ ਹੋਈ ਸੀ। ਸੋ ਕੁਝ ਸਰਕਾਰੀ ਦਸਤਾਵੇਜ਼ ਉਹਨਾਂ ਦੇ ਘਰੋਂ ਮਿਲੇ ਨੇ ਤਲਾਸ਼ੀ ਦੇ ਦੌਰਾਨ, ਤੇ ਇੱਕ ਸੰਜੀਦਾ ਗੱਲ ਹੈ। ਔਰ ਜੋ ਅਟਾਰਨੀ ਜਨਰਲ ਨੇ ਉਹਨਾਂ ਨੇ ਸਪੈਸ਼ਲ ਕਾਉਂਸਲ ਬੁਲਾਈ ਹੈ ਤੇ ਇਸ ਦੇ ਉੱਤੇ ਵਿਚਾਰ ਚਰਚਾ ਹੋ ਰਹੀ ਹੈ ਕਿ ਆਫੀਸ਼ੀਅਲ ਡਾਕੂਮੈਂਟਸ ਬਾਈਡਨ ਸਾਹਿਬ ਦੇ ਘਰ ਕੀ ਕਰਦੇ ਪਏ ਨੇ। ਹਾਲਾਂਕਿ ਉਹ ਪਹਿਲਾਂ ਜਦੋਂ ਤਲਾਸ਼ੀ ਦੇ ਅਧੀਨ ਆਏ ਸੀਗੇ, ਉਹਨਾਂ ਦੇ ਕੁਝ ਆਪਣੇ ਘਰਾਂ ਦੇ ਅੰਦਰ ਵੀ ਪੁਰਾਣੇ ਵਕਤਾਂ ਦੇ ਵਿੱਚ ਵੀ ਕੁਝ ਡਾਕੂਮੈਂਟਸ ਮਿਲੇ, ਉਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਦੋਂ ਉਹ ਉਪ ਰਾਸ਼ਟਰਪਤੀ ਹੁੰਦੇ ਸੀ। ਤਾਂ ਇਹ ਤਮਾਮ ਦੋਨੋਂ ਤਰ੍ਹਾਂ ਦੀਆਂ ਜਿਹੜੀਆਂ ਟਰਮਸ ਨੇ ਰਾਸ਼ਟਰਪਤੀ ਦੀਆਂ ਔਰ ਉਪ ਰਾਸ਼ਟਰਪਤੀ ਦੀਆਂ, ਉਹਦੇ ਵਿੱਚ ਇਹ ਸਰਕਾਰੀ ਦਸਤਾਵੇਜ਼ਾਂ ਦਾ ਘਰੋਂ ਮਿਲਣਾ ਇਹ ਵਾਕਈ ਸੰਜੀਦਾ ਮਾਮਲਾ ਹੈ। ਹਾਂ, ਇਸ ਤਰ੍ਹਾਂ ਦੇ ਮਾਮਲੇ ਮੇਰਾ ਖਿਆਲ ਹੈ US ਵਿੱਚ ਲਗਾਤਾਰ ਵਾਪਰਦੇ ਆ ਰਿਹਾ। ਇਸ ਤੋਂ ਪਹਿਲਾਂ ਟਰੰਪ ਸਾਹਿਬ ਦੇ ਨਾਲ ਵੀ ਹੋਇਆ ਸੀ, ਵਾਈਟ ਹਾਊਸ ਵੀ ਇਹ ਚਰਚਾ ਹੋਈ ਸੀ। ਔਰ ਆਹ ਜਿਹੜਾ ਮਸਲਾ ਹੈਗਾ ਇਹ ਜ਼ਿਆਦਾ ਸੰਜੀਦਾ ਇਸ ਕਰਕੇ ਹੈਗਾ ਕਿ ਕਿਉਂਕਿ ਉਹ ਦੇਸ਼ ਦੇ ਪ੍ਰੈਜ਼ੀਡੈਂਟ ਨੇ, ਉਹ ਸੁਪਰ ਕੰਟਰੀ ਹੈ ਜਿਹਦੇ ਵਿੱਚ ਉਹ ਹੁਣ ਵਾਈਟ ਹਾਊਸ ਤੱਕ ਵੀ ਚਰਚਾ ਦਾ ਵਿਸ਼ਾ ਬਣ ਗਈ ਆ। ਪੂਰੇ ਵਿਸ਼ਵ ਵਿੱਚ ਇਹ ਜਿਹੜਾ ਇਹਦਾ ਬੋਲਬਾਲਾ ਹੋ ਗਿਆ ਕਿਉਂਕਿ ਇਹ 2017 ਦੀ ਗੱਲ ਜਦੋਂ ਇਹ ਵਾਈਸ ਪ੍ਰੈਜ਼ੀਡੈਂਟ ਸੀਗੇ। ਵਾਈਸ ਪ੍ਰੈਜ਼ੀਡੈਂਟ ਦੇ ਟਾਈਮ 'ਤੇ ਜਿਹੜੇ ਅਮਲਾ ਫੈਲਾ ਸੀਗੇ, ਜਿਹੜੇ ਇਹਨਾਂ ਦੇ ਨਾਲ ਸਾਰੇ ਜਮਾਤ ਸੀ ਇਹਨਾਂ ਦੀ, ਉਹਨਾਂ 'ਤੇ ਵੀ ਉਂਗਲ ਚੁੱਕੀ ਗਈ ਆ, ਜਿਹੜੇ ਇਹਨਾਂ ਦੇ ਨਾਲ ਸਹਿਯੋਗੀ ਸੀਗੇ। ਔਰ ਉਹ ਡਾਕੂਮੈਂਟਸ ਫੜੇ ਗਏ ਆ ਜਿਹੜੇ ਅਫੀਸ਼ੀਅਲ ਹੈਗੇ ਆ, ਉਹ ਦਸਤਾਵੇਜ਼ ਹੈਗੇ ਜਿਨ੍ਹਾਂ ਦੇ ਵਿੱਚ ਦਫ਼ਤਰ ਦੀਆਂ ਅਤੇ ਦੇਸ਼ ਦੀਆਂ ਜਿਹੜੀਆਂ ਕੁਝ ਭੇਦ ਹੁੰਦੇ ਆ, ਜਿਹਦੇ 'ਚ ਸੀਕ੍ਰੇਸੀ ਹੁੰਦੀ ਹੈ, ਕਈ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਓਪਨਲੀ ਛਾਇਆ ਨਹੀਂ ਕੀਤਾ ਜਾਂਦਾ। ਉਹ ਯੋਜਨਾਵਾਂ ਸੀਗੀਆਂ ਜਿਹੜੀਆਂ ਇਹਨਾਂ ਨੇ ਤਜਵੀਜ਼ ਕੀਤੀਆਂ ਸੀਗੀਆਂ। ਉਹਨਾਂ ਯੋਜਨਾਵਾਂ ਨੂੰ ਇਹਨਾਂ ਨੇ ਮੱਦੇ ਨਜ਼ਰ ਰੱਖ ਕੇ ਉਹਨਾਂ 'ਤੇ ਤਾਂ ਜੇ ਅਮਲ ਕਰਨਾ ਸੀਗਾ, ਉਹ ਪਹਿਲਾਂ ਹੀ ਲੋਕਾਂ ਦੇ ਹੱਥਾਂ ਵਿੱਚ ਆ ਗਈਆਂ, ਬਾਹਰ ਚਲੇ ਗਈਆਂ। ਔਰ ਇਸੇ ਤਰ੍ਹਾਂ ਹੀ ਕੰਪੈਰੇਟਿਵਲੀ ਟਰੰਪ ਸਾਹਿਬ ਦਾ ਵੀ ਇਹੀ ਰਿਹਾ। ਫਲੋਰੀਡਾ ਏਰੀਏ ਦਾ ਰੈਜ਼ੀਡੈਂਸ ਸੀ ਉਹਨਾਂ ਦਾ, ਉਹਦੇ ਵਿੱਚ USA ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚੋਂ ਬਹੁਤ ਚੀਜ਼ਾਂ ਫੜੀਆਂ ਗਈਆਂ। ਕੁਛ ਉਹਨਾਂ ਨੇ ਪਾੜ ਕੇ ਟਾਇਲਟ 'ਚ ਸੁੱਟ ਦਿੱਤੀਆਂ, ਉਹ ਵੀ ਪਤਾ ਲੱਗਿਆ। ਪਰ ਮੇਰਾ ਖਿਆਲ ਹੈ ਕਿ ਬੜੀ ਹੈਰਾਨੀਜਨਕ ਗੱਲ ਹੁੰਦੀ ਆ ਕਿ ਇਹ ਜਿਹੜੀ ਪ੍ਰੈਜ਼ੀਡੈਂਸ਼ੀਅਲ ਗੌਰਮੈਂਟ ਉੱਥੇ ਆ, ਪ੍ਰਧਾਨਾਤਮਕ ਸਰਕਾਰ ਆ, ਜਦੋਂ ਕਿ ਸਾਡਾ ਲੋਕਤੰਤਰ ਆ, ਅਸੀਂ ਸਾਡੇ ਤਾਂ ਪ੍ਰਧਾਨ ਮੰਤਰੀ ਹੁੰਦਾ ਔਰ ਉਹਦੇ ਵਿੱਚ ਇਹ ਕੁਇਕਲੀ ਫੈਸਲੇ ਹੁੰਦੇ ਇਹਨਾਂ ਦੇ, ਜਦੋਂ ਕਿ ਕਮਾਂਡਰ ਵੀ ਹੁੰਦੇ, ਜਿਹੜੇ ਪ੍ਰੈਜ਼ੀਡੈਂਟ ਹੈ, ਆਰਮੀ ਵੀ ਇਹਨਾਂ ਦੇ ਅੰਡਰ ਹੀ ਹੁੰਦੀ ਹੈ, ਸਾਰਾ ਕੁਝ ਹੁੰਦਾ। ਔਰ ਇਹਨਾਂ ਦਾ ਫੈਸਲਾ ਕੋਈ ਲਟਕਦਾ ਨਹੀਂ, ਕੁਇਕਲੀ ਫੈਸਲੇ ਹੁੰਦੇ ਆ। ਜਿੱਥੇ ਜਿੱਥੇ ਪ੍ਰੈਜ਼ੀਡੈਂਸ਼ੀਅਲ ਗੌਰਮੈਂਟ ਹੋਊਗੀ ਉੱਥੇ ਇਹ ਜਿਹੜਾ ਲੋਕਤੰਤਰ ਦੀ ਬਜਾਏ ਉੱਥੇ ਜਿਹੜੇ ਕੁਇਕਲੀ ਡਿਸੀਜਨ ਹੁੰਦੇ ਸਾਰੇ। ਪਰ ਜੋ ਕੁਝ ਹੁਣ ਇਹ ਤਮਾਸ਼ਾ ਹੋ ਰਿਹਾ ਜਾਂ ਲੋਕਾਂ ਤੱਕ ਆ ਗਿਆ, ਐਕਚੁਅਲੀ ਇਹ ਮੀਡੀਆ ਜਿਹੜਾ ਬੜਾ ਪਾਵਰਫੁਲ ਆ, ਜਿੱਥੇ ਜਿੱਥੇ ਵੀ ਆ, ਉਹਨਾਂ ਦੀਆਂ ਅਖਬਾਰਾਂ ਵੀ ਆ, ਮੀਡੀਆ ਜਦੋਂ ਉੱਥੋਂ ਤੱਕ ਚਲੇ ਜਾਂਦਾ ਤੇ ਉਹ ਜਿਹੜੇ ਕਾਉਂਸਲਰ ਆ ਉਹਨਾਂ ਨੇ ਵੀ ਵਿੱਚ ਜਿਹੜਾ ਸਹਿਯੋਗ ਦਿੱਤਾ। ਔਰ ਇਹ ਸਾਰਾ ਮਸਲਾ ਇਸ ਵੇਲੇ ਇਸ ਕੰਟਰੀ ਨੂੰ ਬੜਾ ਨੀਵਾਂ ਦਿਖਾ ਰਿਹਾ। ਇਸ ਕਰਕੇ ਦਿਖਾ ਰਿਹਾ ਕਿ ਉਹ ਪ੍ਰੈਜ਼ੀਡੈਂਟ ਸੀ, ਵਾਈਸ ਪ੍ਰੈਜ਼ੀਡੈਂਟ, ਜਿਸ ਵੇਲੇ ਵਾਈਟ ਹਾਊਸ 'ਚ ਉਹਨਾਂ ਦੀ ਸਰਕਾਰ ਸੀ, ਸਾਰਾ ਕੁਝ ਸੀਗਾ, ਉਹਦੇ ਬਾਵਜੂਦ ਵੀ ਜੋ ਕੁਝ ਹੋਇਆ ਉਹ ਲੋਕਾਂ ਦੇ ਨਾ ਸਹਾਰਨਯੋਗ ਹੈਗਾ। ਕਿਉਂਕਿ ਜਿਨ੍ਹਾਂ ਲੋਕਾਂ ਨੇ ਚੁਣ ਕੇ ਉਹਨਾਂ ਨੂੰ ਭੇਜਿਆ ਹੁੰਦਾ, ਕਿਉਂਕਿ ਯੂਨਾਈਟਿਡ ਸਟੇਟ ਦੇ ਵਿੱਚ ਜਦੋਂ ਇਕੱਠੇ ਹੋਏ ਆ ਸਾਰੇ ਯੂਨਾਈਟਿਡ ਸਟੇਟ ਇਕੱਠੇ ਹੋ ਕੇ ਇਹ ਤਦ ਦੇਸ਼ ਬਣਿਆ। ਔਰ ਇਹ ਦੇਸ਼ ਇਸ ਵੇਲੇ ਤਾਂ ਇਹਨੂੰ ਸੁਪਰ ਦੇਸ਼ ਗਿਣਿਆ ਜਾਂਦਾ, ਸਾਇੰਸ ਦੇ ਲਿਹਾਜ਼ ਨਾਲ ਵੀ, ਪੋਲੀਟਿਕਸ ਦੇ ਲਿਹਾਜ਼ ਨਾਲ ਵੀ, ਹੈ ਨਾ। ਜੇ ਸਪੇਸ ਦੀ ਗੱਲ ਕਰਨੀ ਤਾਂ ਵੀ ਇਹ ਉੱਪਰ ਹੀ ਹੈ ਸਾਰਿਆਂ ਤੋਂ, ਇਕਨੋਮਿਕਲੀ ਵੀ ਉੱਪਰ ਹੀ ਆ। ਪਰ ਜਦੋਂ ਇਹੋ ਜਿਹੀਆਂ ਗੱਲਾਂ ਨਿਕਲਦੀਆਂ ਹੈਗੀਆਂ ਸਾਰੇ ਦੇਸ਼ ਦੇ ਵਿੱਚ ਛਾਇਆ ਜਾਂਦੀਆਂ, ਔਰ ਉਹਦੇ ਵਿੱਚ ਜਿਹੜੇ ਸੂਝਵਾਨ ਲੋਕ ਨੇ, ਜਿਹੜੇ ਪੜ੍ਹੇ ਲਿਖੇ ਨੇ, ਵਿਦਿਆਰਥੀ ਨੇ, ਸਾਰਾ ਕੁਛ ਹੈਗਾ, ਪੋਲੀਟੀਸ਼ੀਅਨ ਨੇ ਜਾਂ ਦੂਸਰੀ ਪਾਰਟੀਆਂ ਨੇ, ਉਹ ਫਿਰ ਉਹਨਾਂ ਨੂੰ ਮੂੰਹ ਚੜਾਉਂਦੀਆਂ, ਦੇਖੋ ਕੀ ਕਰ ਲਿਆ ਤੁਸੀਂ। ਇਸੇ ਤਰ੍ਹਾਂ ਅਸੀਂ ਤਾਂ ਕਈ ਵਾਰੀ ਕੰਪੈਰੇਟਿਵਲੀ ਆਪਾਂ ਬਿਲੋਂਗ ਕਰਦੇ ਇੰਡੀਆ ਨੂੰ, ਆਪਾਂ ਸੋਚਦੇ ਕਿ ਸਾਡੇ ਦੇਸ਼ ਵਿੱਚ ਬੜਾ ਇਸ ਤਰ੍ਹਾਂ ਦੇ ਜਿਹੜੇ ਫਸਾਦ ਹੋ ਰਹੇ ਆ ਜਾਂ ਕਾਗਜ਼ ਪੱਤਰ ਜਿਹੜੇ ਇੱਧਰ ਉੱਧਰ ਹੋ ਰਹੇ ਆ ਔਰ ਹੇਰਾ ਫੇਰੀ ਹੋ ਰਹੀ ਆ, ਧੋਖੇਬਾਜ਼ੀ ਹੋ ਰਹੀ ਆ। ਪਰ ਜੇ ਅਸੀਂ ਮੁਕਾਬਲੇ ਦੇ ਤਰੀਕੇ ਨਾਲ ਸੋਚੀਏ ਤਾਂ ਇੰਡੀਆ 'ਚ ਉਹ ਕੁਛ ਨਹੀਂ ਹੋ ਰਿਹਾ ਜੋ ਬਾਹਰਲੇ ਦੇਸ਼ਾਂ 'ਚ ਵਾਪਰਦਾ। ਉਹਨਾਂ ਦੇ ਜਿਹੜਾ ਪਾਰਲੀਮੈਂਟ ਦੇ ਵਿੱਚ ਵਾਪਰਦਾ, ਜੋ ਉਹਨਾਂ 'ਚ ਮੂੰਹ ਮੁਲਾਜ਼ੇ ਦੀ ਗੱਲਾਂ ਕਰਕੇ ਲੋਕਾਂ ਨੂੰ ਫਾਇਦਾ ਦਿੰਦੇ ਆ। ਜਿਹੜੀ ਆਪਾਂ ਕਿਵੇਂ ਗੱਲ ਕੀਤੀ ਕਿ ਜਿਹੜੀ ਵੀ ਹੈਗੀ ਆ ਮੂੰਹ ਮੁਲਾਜ਼ੇਦਾਰੀ ਜਾਂ ਸਮਝ ਲਓ ਜਿਹਦੇ ਵਿੱਚ ਇੱਕ ਦੂਜੇ ਨੂੰ ਫਾਇਦਾ ਦੇਣ ਦੀ ਗੱਲ ਹੈ, ਹਿਊਮਨ ਸਾਈਕੀ ਇਹਦਾ ਕਰਕੇ ਹੀ ਉਹਨਾਂ ਦੇ ਵਿੱਚ ਚਲੋ ਮੰਨੀ ਜਾਂਦੀ ਹੈ।
ਸਾਰੇ ਲੋਕ ਸਾਰੇ ਸਮਾਜ 'ਚ ਰਹਿੰਦੇ ਆ, ਲੋਕਾਂ ਨੂੰ ਫਾਇਦਾ ਦੇਣਾ ਬਣਦਾ ਵੀ ਹੈਗਾ। ਪਰ ਇਹ ਵਿਅਕਤੀਗਤ ਤੌਰ 'ਤੇ ਜਿਹੜਾ ਹੈਗਾ ਇੰਡੀਵਿਜੂਅਲੀ, ਜੇ ਤੁਸੀਂ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਸਾਰੇ ਕਾਗਜ਼ਾਂ ਨੂੰ ਤੁਸੀਂ ਰਫਾ ਦਫਾ ਕਰ ਦੋਗੇ, ਕਾਗਜ਼ਾਂ ਦੀ ਵੈਲਿਊ ਨਹੀਂ ਕੋਈ ਰਹੂਗੀ। ਜਿਹੜੇ ਦਸਤਾਵੇਜ਼ ਨੇ, ਜਿਹੜੇ ਕਾਨੂੰਨ ਆ, ਪ੍ਰੈਜ਼ੀਡੈਂਟ ਦਾ ਹਰ ਅੱਖਰ ਜਿਹੜਾ ਜਾਂ ਬੋਲਿਆ ਸ਼ਬਦ ਕਾਨੂੰਨ ਬਣ ਜਾਂਦਾ ਜਦੋਂ ਉਹਨੂੰ ਸਹਿਮਤੀ ਮਿਲਦੀ ਪਾਰਲੀਮੈਂਟ ਦੀ। ਤੇ ਪਰ ਮੇਰਾ ਖਿਆਲ ਖੰਨਾ ਜੀ ਇਹ ਗੱਲ ਜਿਹੜੀ ਹੈਗੀ ਬੜੀ ਤਮਾਸ਼ਾ ਫੈਲਾਉਣ ਵਾਲੀ ਗੱਲ। ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਕਨਸਟੀਟਿਊਸ਼ਨ ਦੇ ਮੁਤਾਬਿਕ ਜੋ ਤੁਹਾਡੇ ਫਰਜ਼ ਨੇ, ਜੋ ਤੁਹਾਡੀਆਂ ਡਿਊਟੀਆਂ ਨੇ, ਉਹ ਨਿਭਾਉਣੀਆਂ ਚਾਹੀਦੀਆਂ ਨੇ। ਜੇ ਤੁਸੀਂ ਕਨਸਟੀਟਿਊਸ਼ਨ ਤੋਂ ਬਿਵਾਰੇ ਹੋ ਕੇ ਆਪਣੀ ਮਰਜ਼ੀ ਕਰਦੇ ਹੋ ਤਾਂ ਨਾ ਉਹ ਦੇਸ਼ ਦੇ ਹਿੱਤ ਵਿੱਚ ਹੁੰਦਾ ਹੈ ਤੇ ਨਾ ਉਹ ਤੁਹਾਡੇ ਆਪਣੇ ਹਿੱਤ ਵਿੱਚ ਹੁੰਦਾ ਹੈ। ਔਰ ਜੋ ਪਾਰਟੀ ਨੂੰ ਤੁਸੀਂ ਬਿਲੋਂਗ ਕਰਦੇ ਹੋ, ਉਸ ਪਾਰਟੀ ਦੀ ਸਾਖ ਵੀ ਜਿਹੜੀ ਹੈ ਉਹ ਜਾਂਦੀ ਰਹਿੰਦੀ ਹੈ। ਇਸ ਕਰਕੇ ਪਰਸੈਪਸ਼ਨ ਪੋਲੀਟੀਸ਼ੀਅਨਸ ਦੇ ਵਿੱਚ ਔਰ ਪੋਲੀਟੀਕਲ ਪਾਰਟੀਜ਼ ਦੇ ਵਿੱਚ ਜੋ ਪਬਲਿਕ ਦੀ ਬਣਦੀ ਹੈ, ਉਸ ਪਰਸੈਪਸ਼ਨ ਦੇ ਆਧਾਰ ਦੇ ਉੱਤੇ ਤੁਸੀਂ ਇਲੈਕਸ਼ਨਸ ਲੜਦੇ ਹੋ। ਜੇ ਪਰਸੈਪਸ਼ਨ ਵਿਗੜ ਗਈ, ਇਮੇਜ ਵਿਗੜ ਗਈ, ਤਾਂ ਪਾਰਟੀ ਦੇ ਉੱਤੇ ਕਾਫੀ ਖਤਰਾ ਹੋ ਸਕਦਾ। ਸਹੀ ਗੱਲ। ਸੋ ਆਪਾਂ ਅੱਗੇ ਵਧਦੇ ਹਾਂ ਜੀ। ਅਮਰੀਕਾ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਗਨ ਕਲਚਰ ਹੈ, ਗੋਲੀ ਚੱਲਦੀ ਰਹਿੰਦੀ ਹੈ, ਸਕੂਲਾਂ ਦੇ ਵਿੱਚ ਵੀ ਚੱਲਦੀ ਰਹਿੰਦੀ ਹੈ। ਹੁਣ ਇੱਕ ਬੱਚੇ ਨੇ ਆਪਣੇ ਟੀਚਰ ਨੂੰ ਗੋਲੀ ਮਾਰ ਦਿੱਤੀ ਸੀ। ਪਹਿਲਾਂ ਵੀ ਕਈ ਘਟਨਾਵਾਂ ਹੋਈਆਂ ਨੇ ਗੋਲੀ ਦੀਆਂ, ਸਕੂਲ ਦੇ ਵਿੱਚ ਵੀ, ਤਾਂ ਪਬਲਿਕ ਪਲੇਸਿਸ ਤੇ ਵੀ ਹੁੰਦੀਆਂ ਨੇ। ਹੁਣ ਸਕੂਲਾਂ ਦੇ ਵਿੱਚ ਐਕਸਟਰਾ ਸਿਕਿਉਰਿਟੀ ਕਰ ਦਿੱਤੀ ਗਈ ਹੈ ਕਿ ਕੈਮਰਾਜ਼ ਲਗਾ ਦਿੱਤੇ ਗਏ ਨੇ, ਫੈਂਸਿੰਗ ਕਰ ਦਿੱਤੀ ਗਈ ਹੈ ਤਾਂ ਕਿ ਕੋਈ ਇੱਦਾਂ ਦਾ ਹਾਦਸਾ ਫਿਰ ਤੋਂ ਨਾ ਵਾਪਰ ਸਕੇ। ਤਾਂ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਨੇ ਸਕੂਲਾਂ ਦੇ ਵਿੱਚ, ਅਮਰੀਕਾ ਦੇ ਵਿੱਚ। ਜਿਸ ਤਰ੍ਹਾਂ ਆਪਾਂ ਇੰਡੀਆ 'ਚ ਆ, ਪੰਜਾਬ ਦੇ ਨਿਵਾਸੀ ਹਾਂ, ਔਰ ਇਹਦੇ ਨਾਲ ਅਗਲਾ ਪੰਜਾਬ ਜਿਹੜਾ ਹੈਗਾ, ਜਿਹੜਾ ਲਹਿੰਦਾ ਪੰਜਾਬ ਆ, ਪਾਕਿਸਤਾਨ। ਤੁਸੀਂ ਦੇਖੋ ਕਿ ਪਾਕਿਸਤਾਨ ਦੇ ਵਿੱਚ ਇੰਨੀ ਸ਼ਾਂਤੀ ਨਹੀਂ ਜਿੰਨੀ ਸਾਡੇ ਪੰਜਾਬ ਵਿੱਚ ਹੈ। ਲਾਹੌਰ ਤੋਂ ਇੱਧਰ ਨੂੰ ਨਿਕਲ ਆਉਂਦੇ, ਅੰਮ੍ਰਿਤਸਰ ਤੇ ਲਾਹੌਰ ਇਕੱਠੇ ਹੈਗੇ। ਖਾਣ ਪੀਣ ਚਾਹੇ ਇੱਕੋ ਜਿਹਾ, ਪਰ ਅਸੀਂ ਆਪਸ 'ਚ ਇੰਨਾ ਨਹੀਂ ਲੜਦੇ ਜਿੰਨਾ ਪਾਕਿਸਤਾਨ 'ਚ ਲੜਦੇ ਆ, ਜਾਂ ਅੱਗੇ ਅਫਗਾਨਿਸਤਾਨ। ਇਹ ਸਾਰੇ ਕੰਟਰੀ ਜਿਹੜੇ ਮੁਸਲਿਮ ਕੰਟਰੀ ਹੈ, ਲੜਾਕੂ ਕੰਟਰੀ ਗਿਣੇ ਜਾਂਦੇ ਆ। ਪਰ ਦੇਖ ਲਓ, ਇਹ ਕੈਨੇਡਾ ਤੇ ਨਾਲ ਲੱਗਦਾ ਸਿਆਟਲ ਤੋਂ ਅੱਗੇ, ਸਰੀ ਤੋਂ ਅੱਗੇ ਸਾਰਾ USA ਅਮਰੀਕਾ ਵਾ। ਕੈਨੇਡਾ 'ਚ ਕੁਛ ਨਹੀਂ ਹੁੰਦਾ ਜੋ ਕੁਛ ਉੱਥੇ ਵਾਪਰਦਾ। ਅਸੀਂ ਪੜ੍ਹਦੇ ਰਹਿੰਦੇ ਰੋਜ਼। ਅਤੇ ਔਰ ਉਹਨਾਂ ਦੇ ਸਕੂਲਾਂ 'ਚ ਬੱਚਿਆਂ ਨੂੰ ਮਾਰਨਾ, ਜਿਹੜੇ ਬੱਚੇ ਰੱਬ ਦੇ ਨਿਆਈ ਹੁੰਦੇ ਆ, ਫੁੱਲ ਹੁੰਦੇ ਬੱਚੇ, ਔਰ ਉਹਨਾਂ ਨੂੰ ਸ਼ੂਟ ਕਰ ਜਾਂਦੇ, ਉਹਨਾਂ ਨੂੰ ਮਾਰ ਦਿੰਦੇ ਆ। ਅਤੇ ਹੁਣ ਉਸੇ ਹੀ ਗੱਲ ਨੂੰ ਮੱਦੇਨਜ਼ਰ ਰੱਖ ਕੇ ਸਰਕਾਰ ਨੇ ਸਾਰੇ ਸਟੇਟਾਂ 'ਚ ਜਿੰਨੇ ਸਕੂਲ ਨੇ, ਸਿਆਟਲ ਤੋਂ ਲੈ ਕੇ ਸਾਰੇ ਨਿਊਯਾਰਕ ਤੱਕ, ਸਾਰੇ ਸਕੂਲਾਂ 'ਚ ਫੈਂਸਿੰਗ, ਮੈਟਲ ਡਿਟੈਕਟਰ ਹੈ। ਫਿਰ ਉਹਨਾਂ ਦੇ ਸਵਿਚ ਡਾਇਰੈਕਟ ਟੂ ਪੁਲਿਸ। ਜਦੋਂ ਉੱਥੋਂ ਤੁਸੀਂ ਨੱਪੋਗੇ, ਜਿੱਦਾਂ ਆਪਾਂ 100 ਨੰਬਰ ਕਰਦੇ ਤਾਂ ਉਹਨਾਂ ਨੂੰ ਸਿੱਧਾ ਉੱਥੇ ਐਮਰਜੈਂਸੀ 'ਚ ਉੱਥੋਂ ਪੁਲਿਸ ਇੱਕਦਮ ਆ ਜੂਗੀ ਉੱਥੇ। ਔਰ ਇਹ ਦੇਖੋ, ਉਸ ਕੰਟਰੀ ਦੀ ਪ੍ਰੋਬਲਮ ਆ, ਉਸ ਕੰਟਰੀ ਵਿੱਚ ਸਮੱਸਿਆ ਹੈ ਜਿੱਥੇ ਲੋਕ ਇੰਨੇ ਪੜ੍ਹੇ ਲਿਖੇ ਆ, ਇੰਨੇ ਸੈਂਸਿਟਿਵ ਆ, ਇੰਨੇ ਰਿਚਿਸਟ ਆ, ਔਰ ਸੁਪਰ ਕੰਟਰੀ ਦੇ ਲੋਕ ਆ, ਉਹ ਵੀ ਬੱਚਿਆਂ ਨੂੰ ਮਾਰ ਰਹੇ ਆ। ਮਤਲਬ ਅਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਮਾਰਨ ਵਾਲਾ ਕੌਣ ਆ। ਗਨ ਕਲਚਰ ਤਾਂ ਮੰਨ ਲਿਆ। ਗਨ ਕਲਚਰ ਨਾਲ ਇਹ ਥੋੜ੍ਹਾ ਕਿ ਤੁਸੀਂ ਫੁੱਲ ਸਾੜ ਦੋਗੇ। ਗਨ ਕਲਚਰ ਨਾਲ ਇਹ ਥੋੜ੍ਹਾ ਤੁਸੀਂ ਰੁੱਖ ਬੂਟੇ ਅੜਾ ਦੋਗੇ, ਹੈ ਨਾ। ਜੇ ਤੁਹਾਡੇ ਕੋਲ ਆਰਾ ਹੈਗਾ ਤਾਂ ਤੁਸੀਂ ਰੁੱਖ ਥੋੜ੍ਹੇ ਵੱਢੀ ਜਾਓਗੇ। ਔਰ ਇਹ ਉੱਥੇ ਵੇਖਣ 'ਚ ਆਮ ਤੌਰ 'ਤੇ ਗੱਲ ਆਉਂਦੀ ਹੈ। ਔਰ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਕਦੀ ਨਹੀਂ ਹੁੰਦਾ ਕਿ ਬੱਚਿਆਂ ਨੂੰ ਇੱਦਾਂ ਕੀਤਾ ਜਾਵੇ, ਮਾਰਿਆ ਜਾਵੇ। ਬੇਸਿਕਲੀ ਸਗੋਂ NRI ਸਾਡੇ ਆ ਕੇ ਉੱਥੇ ਇਮਾਰਤਾਂ ਬਣਾਉਂਦੇ ਆ, ਕਿਤਾਬਾਂ ਦਿੰਦੇ ਆ, ਬੂਟ ਜਰਾਬਾਂ, ਪੁਸ਼ਾਕਾਂ ਬੱਚਿਆਂ ਨੂੰ, ਔਰ ਖਾਣ ਪੀਣ ਲਈ ਬੜਾ ਕੁਝ ਦਿੰਦੇ ਆ। ਜਿਹੜਾ ਮਿਡ ਡੇ ਮੀਲ ਆ ਬੱਚਿਆਂ ਨੂੰ, ਉਹਦੇ 'ਚ ਵੀ NRI ਜਾਂ ਸਰਕਾਰਾਂ ਬੜਾ ਕੁਝ ਕਰ ਰਹੀਆਂ। ਔਰ ਅਸੀਂ ਕਈ ਵਾਰੀ ਸੋਚਦੇ ਹਾਂ ਬੈਠ ਕੇ ਕਿ ਆਪਾਂ ਗੱਲਾਂ ਕਰਦੇ ਹਾਂ ਕਿ ਦੇਖੋ, ਅਜੇ ਅੱਤ ਦਾ ਗਰੀਬ ਦੇਸ਼ ਹੈਗਾ, ਪਰ ਆਪਣੇ ਵਿੱਚ ਇਹ ਕੋਈ ਲੁੱਟ ਖੋਹ ਇੱਦਾਂ ਦਾ ਤਾਂ ਨਹੀਂ ਹੁੰਦੀ। ਅਜੇ ਗੈਂਗਵਾਦ ਦਾ ਆਪਾਂ ਗੱਲ ਕਰਦੇ ਹਾਂ, ਗੈਂਗਸਟਰ ਹੈਗੇ, ਬੜਾ ਕੁਛ ਹੈਗਾ, ਪਰ ਗੈਂਗਸਟਰ ਇੱਦਾਂ ਕਦੀ ਉਂਗਲੀ ਬੱਚਿਆਂ ਵੱਲ ਨਹੀਂ ਕਰਦੇ, ਕਦੀ ਔਰਤ ਵੱਲ ਨਹੀਂ ਕਰਦੇ, ਹੈ ਨਾ। ਜਿਹਦੇ ਵਿੱਚ ਔਰ ਗੁਰੂ ਸਾਹਿਬਾਨ ਨੇ ਤਾਂ ਇਹੀ ਕਿਹਾ ਹੈਗਾ ਕਿ ਜਿੱਥੇ ਔਰਤ ਆ, ਬੱਚੇ ਹੈਗੇ ਆ, ਉਹਨਾਂ ਨੂੰ ਕੋਈ ਤੰਗ ਨਾ ਕਰੇ ਔਰ ਪਿੱਛੋਂ ਵਾਰ ਨਾ ਕਰੋ ਇਹਨਾਂ 'ਤੇ। ਬੱਚਿਆਂ ਨੂੰ ਜਦੋਂ ਆਉਂਦੇ ਆ, ਬੱਚੇ ਜਦੋਂ ਆਉਂਦੇ ਆ ਜਾਂ ਸਕੂਲ ਆਉਂਦੇ ਆ, ਆਪਣੀਆਂ ਗੱਡੀਆਂ ਰੁਕ ਜਾਂਦੀਆਂ ਸਾਰੀਆਂ। ਔਰਤ ਲੰਘ ਰਹੀ ਹੈ, ਗੱਡੀਆਂ ਰੁਕ ਜਾਂਦੀਆਂ। ਔਰਤ ਨੂੰ ਬੜਾ ਵੱਡਾ ਵਟੱਪਣ ਦਿੰਦੇ ਆ, ਬਹੁਤ ਪਿਆਰ ਕਰਦੇ ਆ, ਸਤਿਕਾਰ ਕਰਦੇ ਆ। ਪਰ ਇਹਨਾਂ ਦੇਸ਼ਾਂ ਵਿੱਚ ਪਤਾ ਨਹੀਂ ਕਿ ਕਲਚਰ ਕਿੱਥੇ ਗਿਆ, ਜਾਂ ਦੇਸ਼ ਦੇ ਲੋਕ ਕਿੱਥੇ ਗਏ, ਜਾਂ ਲੋਕਾਂ ਵਿੱਚ ਸਿਆਣਪ ਕਿੱਥੇ ਗਈ। ਬੱਚੇ ਨੂੰ ਮਾਰਨਾ ਬਹੁਤ ਮਹਾਂ ਪਾਪ ਵਾਲੀ ਗੱਲ ਹੈ, ਜਿਹੜਾ ਮਾਰ ਕੇ ਉਸਨੂੰ ਸੁੱਟ ਜਾਂਦੇ ਸਾਰਾ ਕੁਝ। ਇਸੇ ਕਰਕੇ ਸਿਕਿਉਰਿਟੀ ਇਹਨਾਂ ਨੇ ਟਾਈਟ ਕਰਤੀ ਹੈ। ਇਸੇ ਕਰਕੇ ਉੱਥੇ ਜਿਹੜੀ ਪੁਲਿਸ ਆ ਇੱਕਦਮ 'ਚ ਆ ਜਾਂਦੀ ਹੈ, ਸਾਰਾ ਕੁਝ ਹੁੰਦਾ। ਪਰ ਇਹਦੇ ਵਿੱਚ ਸਾਡੇ NRI ਵੀਰ ਜਿਹੜੇ ਹੈਗੇ, ਉਹ ਇਸ ਗੱਲ ਤੋਂ ਬਹੁਤ ਦੂਰ ਹੈ। ਉਹਨਾਂ 'ਤੇ ਕਦੀ ਇਸ ਤਰ੍ਹਾਂ ਦਾ ਕੋਈ ਇਲਜ਼ਾਮ ਨਹੀਂ ਲੱਗਾ। ਬੇਸਿਕਲੀ ਮੁੱਢਲੇ ਤੌਰ 'ਤੇ ਇਹਨਾਂ ਦੇ ਲੋਕ ਜਿਹੜੇ ਉੱਥੇ ਹੈਗੇ, ਮੂਲ ਨਿਵਾਸੀ ਜਾਂ ਉਹ ਲੋਕ ਹੈਗੇ, ਉਹੀ ਇਹੋ ਜਿਹੇ ਵਾਰਦਾਤ ਕਰਦੇ ਆ ਤਾਂ ਸਾਰਾ ਕੁਝ ਹੁੰਦਾ। ਹੁਣ ਤੁਸੀਂ ਕਿਸੇ ਸਕੂਲ 'ਚ ਜਾ ਕੇ ਪਤਾ ਕਰ ਲਓ, ਜਾ ਕੇ ਉੱਥੇ ਬੜੀ ਟਾਈਟ ਸਿਕਿਉਰਿਟੀ, ਤੁਹਾਨੂੰ ਅੰਦਰ ਨਹੀਂ ਐਂਟਰੀ ਕਰਨ ਦੇਣਗੇ। ਤੁਹਾਡਾ ਸਾਰਾ ਮੈਟਲ ਡਿਟੈਕਟਰ ਲਾ ਕੇ ਤੁਹਾਨੂੰ ਚੈੱਕ ਕਰਨਗੇ, ਚੈੱਕ ਕਰਕੇ ਤੁਹਾਡਾ ਪਤਾ ਕਰਨਗੇ ਕਿੱਥੇ ਹੁੰਦੇ ਹੈਗੇ, ਤੁਸੀਂ ਕਿਹਨੂੰ ਮਿਲਣਾ ਹੈਗਾ, ਗਾਰਡੀਅਨ ਜੇ, ਪੇਰੈਂਟਸ ਜੇ, ਤੁਹਾਡਾ ਐਂਟਰੀ ਹੈਗੀ ਇੱਥੇ, ਇਸ ਕਰਕੇ ਹੈਗਾ। ਪਰ ਇਹਦੇ ਵਿੱਚ ਜਿਹੜਾ ਨਾਰਮਲ ਬੰਦਾ ਵਿਚਾਰਾ ਪੀਸਿਆ ਜਾਂਦਾ ਹੈਗਾ। ਮਾਰਨ ਵਾਲੇ ਹੋਰ ਹੈਗੇ ਜਿਹਨੇ ਨਾਰਮਲ ਤੌਰ 'ਤੇ ਮਿਲਣ ਜਾਣਾ ਬੱਚਿਆਂ ਨੂੰ, ਉਹ ਵੀ ਵਿਚਾਰਾ ਟਾਈਟ ਸਿਕਿਉਰਿਟੀ ਜਾਂਦਾ। ਇਸ ਕਰਕੇ ਟਾਈਟ ਸਿਕਿਉਰਿਟੀ ਦਿੱਤੀ ਗਈ ਹੈ ਕਿ ਬੱਚਿਆਂ ਨੂੰ ਬਚਾ ਕੀਤਾ ਜਾਵੇ ਔਰ ਸ਼ਾਂਤੀਪੂਰਵਕ ਬੱਚੇ ਪੜ੍ਹ ਸਕਣ ਤਾਂ ਆਪਣਾ ਜੀਵਨ ਚੰਗਾ ਬਤੀਤ ਕਰ ਸਕਣ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਸਕੂਲਾਂ ਦੇ ਵਿੱਚ ਹੀ ਤੁਸੀਂ ਦੇਖਦੇ ਹੋ ਦੇਸ਼ ਦੇ ਭਵਿੱਖ ਦਾ ਨਿਰਮਾਣ ਹੁੰਦਾ ਹੈ। ਜੀ ਜੀ ਜੀ।
ਤੇ ਇਸ ਕਰਕੇ ਭਵਿੱਖ ਦਾ ਜਿਹੜਾ ਨਿਰਮਾਣ ਹੈ, ਬੱਚੇ ਉਹਨਾਂ ਦੀ ਸਿਕਿਉਰਿਟੀ, ਉਹਨਾਂ ਦੀ ਸੁਰੱਖਿਆ ਖਾਸ ਤੌਰ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਪਰਿਵਾਰ, ਮਾਪੇ ਇਹ ਸਾਰੇ ਚਿੰਤਤ ਰਹਿੰਦੇ ਨੇ ਕਿ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਪਈਆਂ, ਸਾਡੇ ਬੱਚੇ ਦੀ ਜਾਨ ਨੂੰ ਖਤਰਾ ਕਿਉਂ ਨਾ, ਤਾਂ ਉਸ ਤੋਂ ਕਿੱਦਾਂ ਬਚਾਅ ਕੀਤਾ ਜਾ ਸਕਦਾ। ਸੋ ਅਸੀਂ ਇਹ ਵੀ ਦੇਖਦੇ ਹਾਂ ਕਿ ਨਿਊਜ਼ ਆਈ ਸੀ ਕਿ ਜਿਸ ਬੱਚੇ ਨੇ ਆਪਣੀ ਟੀਚਰ ਨੂੰ ਗੋਲੀ ਮਾਰੀ ਸੀ, ਉਹ ਗਨ ਉਹਦੀ ਮਾਂ ਦੇ ਨਾਂ ਦੇ ਉੱਤੇ, ਔਰ ਮਾਂ ਦੇ ਉੱਤੇ ਵੀ ਬਣਦੀ ਕਾਰਵਾਈ ਹੋ ਸਕਦੀ ਹੈ ਅਕੋਰਡਿੰਗ ਟੂ ਦ ਕਨਸਟੀਟਿਊਸ਼ਨ ਆਫ ਅਮਰੀਕਾ। ਸੋ ਇਹ ਲਾਅ ਤਾਂ ਆਪਣਾ ਕੰਮ ਕਰਦਾ ਹੀ ਪਿਆ, ਨਾਲ ਜਿਹੜੇ ਫਰਜ਼ ਅਦਾ ਕਰਨੇ ਨੇ ਸਮਾਜ ਨੇ, ਪਰਿਵਾਰ ਨੇ, ਅਧਿਆਪਕਾਂ ਨੇ ਔਰ ਸਾਰੇ ਨਾਗਰਿਕਾਂ ਨੇ, ਉਹ ਫਰਜ਼ ਵੀ ਨਾਲ ਦੇ ਨਾਲ ਚੱਲਣਗੇ ਤਾਂ ਜਾ ਕੇ ਦੇਸ਼ ਸੁਰੱਖਿਅਤ ਹੋ ਸਕਦਾ ਹੈ। ਬੱਚਿਆਂ ਦੀ ਸੁਰੱਖਿਆ ਖਾਸ ਤੌਰ ਤੇ ਯਕੀਨੀ ਬਣਾਉਣੀ ਬਿਲਕੁਲ ਸਰਕਾਰ ਦੀ ਜ਼ਿੰਮੇਵਾਰੀ ਹੈ। ਤੇ ਹੁਣ ਆਪਾਂ ਭਾਰਤ ਦੀ ਧਰਤੀ ਤੇ ਆਉਂਦੇ ਹਾਂ ਜੀ। ਮੋੜਾ ਕੱਟੋ ਆਪਣੇ ਦੇਸ਼ ਵੱਲ ਨੂੰ ਕਿ ਆ ਜਾਓ। ਸੋ ਰਾਹੁਲ ਗਾਂਧੀ ਨੇ ਫਿਰ ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਚੌਧਰੀ ਸੰਤੋਖ ਸਿੰਘ ਜੀ ਦਾ ਦੇਹਾਂਤ ਹੋ ਗਿਆ ਸੀ ਯਾਤਰਾ ਦੇ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ। ਤਾਂ ਉਸ ਕਰਕੇ ਉਹਨਾਂ ਦੇ ਸੰਸਕਾਰ ਤੋਂ ਬਾਅਦ ਮੁੜ ਤੋਂ ਆਰੰਭ ਦਿੱਤੀ ਹੈ, 24 ਘੰਟੇ ਵਾਸਤੇ ਰੋਕ ਦਿੱਤੀ ਗਈ ਸੀ। ਇਹ ਗੱਲ ਠੀਕ ਹੈ ਕਿਉਂਕਿ ਰਾਹੁਲ ਗਾਂਧੀ ਜੀ ਪੰਜਾਬ 'ਚ ਐਂਟਰੀ ਕਰ ਗਏ ਆ ਔਰ 18-19 ਤੱਕ ਇਹਨਾਂ ਨੇ ਰਹਿਣਾ ਪੰਜਾਬ 'ਚ। ਲੋਹੜੀ ਵੀ ਇੱਥੇ ਮਨਾਈ ਆ, ਪਰ ਉਦੋਂ ਬਾਅਦ ਬੜਾ ਦੁਖਾਂਤ ਵਾਪਰ ਗਿਆ। ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਹੋ ਗਿਆ, ਅਚਾਨਕ ਹੀ ਥੱਲੇ ਡਿੱਗ ਪਏ ਔਰ ਹਾਰਟ ਅਟੈਕ ਦੀ ਪ੍ਰੋਬਲਮ ਆ ਗਈ। ਔਰ ਉਸ ਤੋਂ ਬਾਅਦ ਇਹਨਾਂ ਨੇ ਆਪ ਖੁਦ ਗਏ ਵੀ ਉੱਥੇ ਧਾਲੀਵਾਲ ਕਾਦੀਆਂ ਪਿੰਡ ਜਿੱਥੇ ਰਾਹੁਲ ਗਾਂਧੀ ਆਪ ਵੀ ਖੁਦ ਗਏ, ਸੰਸਕਾਰ ਕੀਤਾ ਉਹਨਾਂ ਦਾ ਔਰ ਉਹਨਾਂ ਸਾਰੀਆਂ ਰਸਮਾਂ ਵਿੱਚ ਆਪ ਸ਼ਾਮਲ ਹੋਏ। ਪਰ ਹੁਣ ਇਹਨਾਂ ਨੇ ਦੂਜੀ ਯਾਤਰਾ ਜਿਹੜੀ ਇੱਥੇ ਸ਼ੁਰੂ ਕਰ ਦਿੱਤੀ ਅੱਜ ਤੋਂ, ਇਹ ਜਲੰਧਰ ਤੋਂ ਸ਼ੁਰੂ ਕੀਤੀ ਹੈ ਔਰ ਇਹਦੇ ਵਿੱਚ ਇਹਨਾਂ ਨੇ ਪੂਰਾ ਜਲੰਧਰ ਦਾ ਏਰੀਆ, ਇਹਦੇ ਵਿੱਚ ਕੁਝ ਪਿੰਡ ਵੀ ਹੈਗੇ ਆ ਔਰ ਉਸ ਤੋਂ ਬਾਅਦ ਫਿਰ ਗੁਰਦਾਸਪੁਰ ਦਾ ਏਰੀਆ, ਦੀਨਾਨਗਰ ਤੇ ਅਰਾਊਂਡ ਬਟਾਲਾ, ਉਹ ਸਾਰਾ ਕੁਝ ਉਹ ਵੇਖਣਗੇ। ਔਰ ਇਹਦੇ ਵਿੱਚ ਇਹ ਵੈਸੇ ਗੱਲ ਖੰਨਾ ਜੀ ਵੇਖਣ ਚਾਹੀਏ, 1960 'ਚ ਪੰਡਿਤ ਜਵਾਹਰ ਲਾਲ ਨਹਿਰੂ ਇੱਥੇ ਆਏ ਸੀਗੇ। ਉਹਨਾਂ ਨੇ ਪੰਜਾਬ 'ਚ ਘੁੰਮਿਆ, ਸਾਰੇ ਪਿੰਡਾਂ 'ਚ ਗਏ, ਬਹੁਤ ਕੁਝ ਵੇਖਿਆ ਪਿੰਡਾਂ 'ਚ। ਪੰਜਾਬ ਦੇ ਲਈ ਥੋੜ੍ਹੀ ਜਿਹੀ ਖਿੱਚ ਦਾ ਕੇਂਦਰ ਪੰਜਾਬ ਹੈਗਾ, ਸਾਰੇ ਨੇਤਾ ਆਉਂਦੇ ਆ। ਫਿਰ ਉਸ ਤੋਂ ਬਾਅਦ ਸੁਨੀਲ ਦੱਤ ਵੀ ਆਏ ਸੀ, ਇਹ 1987 ਦੇ ਕਰੀਬ ਆਏ ਸੀ। ਉਹ ਵੀ ਪੰਜਾਬ ਦੇ ਬੜੇ ਪੂਰੇ ਇਲਾਕੇ ਪੈਦਲ ਯਾਤਰਾ ਕੀਤੀ, ਉਹਨਾਂ ਦੀ ਬੇਟੀ ਵੀ ਨਾਲ ਸੀਗੀ, ਪੈਦਲ ਯਾਤਰਾ ਉਹਨਾਂ ਨੇ ਕੀਤੀ। ਨੇਤਾ ਖਾਸ ਤੌਰ 'ਤੇ ਆਉਂਦੇ ਰਹਿੰਦੇ ਆ। ਹੁਣ ਰਾਹੁਲ ਗਾਂਧੀ ਦਾ ਆਉਣਾ ਕੋਈ ਛੋਟੀ ਗੱਲ ਨਹੀਂ, ਕਿਉਂਕਿ ਨੈਸ਼ਨਲ ਪਾਰਟੀ ਦੇ ਲੀਡਰ ਆ, ਆਗੂ ਆ ਔਰ ਚੰਗੇ ਪਰਿਵਾਰ ਤੋਂ ਹੈਗੇ ਆ ਔਰ ਉਹਨਾਂ ਨੂੰ ਪਤਾ ਕਿ ਪੰਜਾਬ ਦਾ ਜਿਹੜਾ ਲੋਕ ਨੇ, ਪੰਜਾਬ ਦੇ ਲੋਕ ਉਹਨਾਂ ਦੇ ਸਤਿਕਾਰ ਵੀ ਕਰਦੇ ਆ ਔਰ ਇਹਦੇ ਵਿੱਚ ਬੜੀਆਂ ਬਖੂਬੀ ਨਾਲ ਤਿਆਰੀਆਂ ਕੀਤੀਆਂ ਗਈਆਂ। ਰਾਜਾ ਵੜਿੰਗਾ, ਪ੍ਰਗਟ ਸਿੰਘ ਆ, ਉਹਨਾਂ 'ਚੋਂ ਹੋਰ ਵੀ ਲੋਕ ਨੇ ਨਾਲ ਉਹਨਾਂ ਦੇ। ਔਰ ਇੱਥੋਂ ਤੱਕ ਕਿ ਸਿੱਧੂ ਮੂਸੇਵਾਲੇ ਦੇ ਫਾਦਰ ਬਲਕੌਰ ਸਿੰਘ ਵੀ ਉਹਨਾਂ ਨਾਲ ਇੱਥੇ ਸ਼ਾਮਲ ਹੋਏ ਸੀ, ਉਹਨਾਂ ਨੂੰ ਮਿਲੇ ਵੀ ਆ, ਉਹਨਾਂ ਨਾਲ ਘੁੰਮੇ ਵੀ ਆ, ਉਹਨਾਂ ਦੇ ਨਾਲ ਸਾਰੇ ਪਿੰਡਾਂ 'ਚ ਦੌਰਾ ਕੀਤਾ ਵੀ ਆ। ਔਰ ਪੰਜਾਬ ਦਾ ਕੀ ਬੱਚਾ ਬੁੜਾ ਜਿੰਨੇ ਵੀ ਹੈਗੇ ਬਜ਼ੁਰਗ ਸਾਰੇ ਉਹਨਾਂ ਦੇ ਨਾਲ ਘੁੰਮਦੇ ਆ ਔਰ ਉਹਨਾਂ ਨੇ ਪਿੰਡਾਂ 'ਚ ਜਾ ਕੇ ਲੋਕਾਂ ਦੀ ਜਿਹੜੇ ਦੁੱਖ ਦਰਿੱਦਰ ਸੁਣੇ ਆ ਔਰ ਉਹਦੇ ਵਿੱਚ ਜੋ ਕੁਝ ਲੋਕਾਂ ਦੀ ਸਮੱਸਿਆਵਾਂ ਉਹ ਵੀ ਉਹਨਾਂ ਨਾਲ ਨੇ ਸਾਂਝੀਆਂ ਕੀਤੀਆਂ। ਔਰ ਪੰਜਾਬ ਦੇ ਵਿੱਚ ਇਹਨਾਂ ਨੂੰ ਮੇਰੇ ਖਿਆਲ ਚੰਗਾ ਇਹਨਾਂ ਦਾ ਦਿਲ ਲੱਗਿਆ ਔਰ ਇਹਨਾਂ ਨੇ ਇੱਕ ਤੌਰ ਇਹ ਗੱਲ ਬਹੁਤ ਵਧੀਆ ਕਹੀ ਕਿ ਜਦੋਂ ਮੈਂ ਸਰਦੀ ਵਿੱਚ ਆਇਆ ਮੈਨੂੰ ਖਾਣ ਪੀਣ ਲਈ ਤਾਂ ਕੋਈ ਇੱਥੇ ਕੋਈ ਇਸ ਤਰ੍ਹਾਂ ਦਾ ਕੋਈ ਸਮੱਸਿਆ ਨਹੀਂ ਰਹੀ ਔਰ ख़ास ਤੌਰ 'ਤੇ ਇਹਨਾਂ ਨੇ ਸਾਗ ਅਤੇ ਜਿਹੜਾ ਮੱਕੀ ਦੀ ਰੋਟੀ ਹੈ ਇਹਨੂੰ ਜ਼ਿਆਦਾ ਖਾਧਾ ਵੀ ਔਰ ਪਸੰਦ ਵੀ ਕੀਤਾ। ਬਾਕੀ ਤੁਹਾਨੂੰ ਪਤਾ ਪੰਜਾਬ ਦੇ ਖਾਣੇ ਤਾਂ ਇੱਥੇ ਬਹੁਤ ਹੈਗੇ ਆ। ਨੰਬਰ 2 ਲੋਹੜੀ ਵੀ ਇੱਥੇ ਮਨਾਈ ਇਹਨਾਂ ਨੇ। ਲੋਹੜੀ 'ਚ ਆਪ ਨੱਚੇ ਵੀ ਆ, ਗਾਏ ਵੀ ਆ, ਲੋਕਾਂ ਨਾਲ ਭੁੱਗਿਆਂ 'ਤੇ ਵੀ ਗਏ ਆ ਔਰ ਜਿੱਦਾਂ ਭਗਵੰਤ ਮਾਨ ਨੇ ਵੀ ਲੋਹੜੀ ਆਪ ਮਨਾਈ, ਕਿਉਂਕਿ ਭਗਵੰਤ ਮਾਨ ਦਾ ਤਾਂ ਵਿਆਹ ਹੋਇਆ ਸੀਗਾ, ਉਹਦੇ ਮਦਰ, ਉਹਦੇ ਸਿਸਟਰ, ਸਾਰੇ ਪਰਿਵਾਰ 'ਚੋਂ ਆਏ ਲੋਕ ਔਰ MLA ਵੀ ਆਏ ਆ, ਕਿਉਂਕਿ ਲੋਹੜੀ ਦਾ ਤਿਉਹਾਰ ਤਾਂ ਇੱਦਾਂ ਦਾ ਜਿਹਨਾਂ ਦੇ ਘਰ ਖੁਸ਼ੀ ਹੈਗੀ ਆ ਉਹ ਵੀ ਆ। ਸਿਆਸੀ ਤੌਰ 'ਤੇ ਤਾਂ ਜਿਹੜੇ ਇੱਥੇ ਨੇਤਾ ਆਏ ਉਹਨਾਂ ਨੇ ਤਾਂ ਮਨਾਉਣੀ ਹੈ, ਕਿਉਂਕਿ ਲੋਕਾਂ ਨੂੰ ਉਹਨਾਂ ਨੂੰ ਪਤਾ ਸੀਗਾ ਕਿ ਜੰਮ ਘੱਟ ਲੋਕਾਂ ਦਾ ਸਾਡੇ ਆਲੇ ਦੁਆਲੇ ਹੈਗਾ ਔਰ ਇਹਨਾਂ ਨੇ ਮਨਾਈ। ਔਰ ਪੰਜਾਬ ਦੀ ਲੋਹੜੀ ਜਿਹੜੀ ਹੈਗੀ ਹੈ ਬਾਹਰ ਸਾਰੇ ਵਿਸ਼ਵ ਵਿੱਚ ਪ੍ਰਚਲਿਤ ਆ ਔਰ ਲੋਕਾਂ ਨੂੰ ਪਤਾ ਕਿ ਬੜੇ ਦਿਲ ਲਾ ਕੇ ਬੜੀ ਰੰਗਾ ਬਰੰਗ ਔਰ ਬੜੇ ਕਲਰਫੁੱਲ ਜਿਹੜਾ ਫੈਸਟੀਵਲ ਆ ਨੈਸ਼ਨਲ ਤੌਰ 'ਤੇ। ਔਰ ਇਹਨਾਂ ਨੇ ਇਹ ਸੁਣਿਆ ਗਿਆ ਸਾਰੇ ਅਖਬਾਰਾਂ 'ਚ ਹੋਇਆ ਕਿ ਇਹਨਾਂ ਨੇ ਕਿਹਾ ਸੀਗਾ ਕਿ ਜਦੋਂ ਮੈਂ ਹਰਿਆਣਾ ਤੋਂ ਬਾਹਰ ਇੱਧਰ ਆਊਂਗਾ ਤਾਂ ਮੈਂ ਲੋਹੜੀ ਦੇ ਇਰਦ ਗਿਰਦ ਹੀ ਪੰਜਾਬ ਵਿੱਚ ਆਉਣਾ ਚਾਹੁੰਦਾ ਤਾਂ ਕਿ ਮੈਂ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਲੋਕਾਂ ਦੇ ਨਾਲ ਜਿਹੜੇ ਪਿੰਡਾਂ ਵਿੱਚ ਖਾਸ ਤੌਰ 'ਤੇ ਜਾ ਕੇ ਮੈਂ ਪਤਾ ਕਰੂੰਗਾ ਕਿ ਲੋਹੜੀ ਕਿਸ ਤਰ੍ਹਾਂ ਮਨਾਉਂਦੇ ਆ। ਪਰ ਦੂਜੇ ਪਾਸੇ ਸਿਆਸਤ ਵੀ ਹੈਗੀ ਆ, ਉਸ ਪਾਸੇ ਸਿਆਸਤ ਜਿਹੜੀ ਗੱਲ ਹੈਗੀ ਲੋਕਾਂ ਨੂੰ ਮਿਲਣਾ, ਸਮੱਸਿਆ ਉਹਨਾਂ ਦੀਆਂ ਸੁਣਨੀਆਂ ਔਰ ਲੋਕਾਂ ਨਾਲ ਗੱਲਬਾਤ ਕਰਨੀ ਔਰ ਅਗਲੀ ਆਈ ਇਲੈਕਸ਼ਨ ਲਈ ਵੀ ਥੋੜ੍ਹਾ ਬਹੁਤ ਇਹਨਾਂ ਦਾ ਆਪਣਾ ਉਹ ਇੱਕ ਬਣਾ ਰਹੇ ਆ ਸਾਰਾ ਪੜੁੱਲ ਕਿ ਉਹਦੇ ਵਿੱਚ ਆਪਣਾ ਪੈਂਤੜਾ ਬਣਾ ਲਈਏ, ਕਿਉਂਕਿ ਇਲੈਕਸ਼ਨ ਹੁਣ ਸਿਰ 'ਤੇ ਹੀ ਹੈਗੀ ਆ। BJP ਵੀ ਲੱਗੀ ਪਈ ਉਹਦੇ ਵਿੱਚ, ਕਾਂਗਰਸ ਵੀ ਲੱਗੀ ਪਈ, ਬਾਕੀ ਪਾਰਟੀਆਂ ਵੀ ਲੱਗੀ ਗਈਆਂ ਔਰ ਇਹਨਾਂ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਰੇ ਦੇਸ਼ ਦਾ ਦੌਰਾ ਕਰਨਾ, ਸਾਰੇ ਦੇਸ਼ 'ਚ ਘੁੰਮਣਗੇ ਔਰ ਮੇਰਾ ਖਿਆਲ ਹੁਣ ਪੰਜਾਬ ਦੇ 18 ਤੋਂ ਬਾਅਦ ਫਿਰ ਅੱਗੇ ਕਿੱਥੇ ਜਾਂਦੇ ਆ ਔਰ ਉਦੋਂ ਬਾਅਦ ਇਹ ਸਾਰਾ ਯਾਤਰਾ ਇਸੇ ਤਰ੍ਹਾਂ ਚੱਲਦੀ ਰਹੇਗੀ।
ਬਿਲਕੁਲ ਠੀਕ ਹੈ। ਔਰ ਯਾਤਰਾ ਦੇ ਵਿੱਚ ਕਈ ਐਸੀਆਂ ਘਟਨਾਵਾਂ ਵੀ ਹੁੰਦੀਆਂ ਨੇ ਜੋ ਖਾਸ ਤੌਰ ਤੇ ਮੀਡੀਆ ਦੇ ਵਿੱਚ ਵਾਇਰਲ ਹੁੰਦੀਆਂ ਨੇ। ਪਿੱਛੇ ਜੇ ਇੱਕ ਘਟਨਾ ਵਾਇਰਲ ਹੋਈ ਕਿ ਰਾਜਾ ਵੜਿੰਗ ਉਹਨਾਂ ਦੇ ਨੇੜੇ ਸੀਗੇ, ਸ਼ਾਇਦ ਕਿਸੇ ਨੂੰ ਮਿਲਵਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹ ਸਿਕਿਉਰਿਟੀ ਨੇ ਉਹਨਾਂ ਨੂੰ ਪੁਸ਼ ਕਰਕੇ ਇੱਕ ਪਾਸੇ ਕਰ ਦਿੱਤਾ। ਸਿਕਿਉਰਿਟੀ ਨੂੰ ਵੀ ਗਲਤੀ ਲੱਗ ਜਾਂਦੀ ਕਿਉਂਕਿ ਜਿਹੜੇ ਲੋਕ ਨੇ ਉਹਨਾਂ ਦੀ ਜ਼ਿੰਮੇਵਾਰੀ ਬਹੁਤ। ਪਗੜੀ ਬੰਨ ਕੇ ਅੱਜ ਕੱਲ੍ਹ ਤੂੰ ਘੁੰਮ ਰਿਹਾ ਨਾ, ਹੁਣ ਨਾਲ ਜਾਂਦੇ ਆ, ਨਹੀਂ ਪਤਾ ਲੱਗਦਾ ਕਈ ਵਾਰ ਰਸ਼ ਦੇ ਵਿੱਚ ਪਛਾਣ ਬਦਲ ਜਾਂਦੀ ਹੈ ਔਰ ਸਿਕਿਉਰਿਟੀ ਦੀ ਆਪਣੀ ਜ਼ਿੰਮੇਵਾਰੀ। ਰਾਹੁਲ ਗਾਂਧੀ ਵੀ ਪਗੜੀ ਬੰਨ ਕੇ ਘੁੰਮ ਰਹੇ। ਹਾਂ, ਤੇ ਉਹਨਾਂ ਨੂੰ ਲੱਗਾ ਕਿ ਸ਼ਾਇਦ ਕੋਈ ਧੱਕਾ ਲੱਗਾ, ਉਹਨਾਂ ਨੂੰ ਲੱਗਾ ਕਿ ਸ਼ਾਇਦ ਕੋਈ ਵੈਸੇ ਕੋਈ ਬੰਦਾ ਰਾਹੁਲ ਗਾਂਧੀ ਦੇ ਕਰੀਬ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਔਰ ਬਾਅਦ ਵਿੱਚ ਜਦੋਂ ਸੌਟ ਆਊਟ ਹੋਇਆ ਕਿ ਇਹ ਤੇ ਰਾਜਾ ਵੜਿੰਗ ਨੇ ਜੋ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਸੂਬੇ ਦੇ, ਉਹ ਫਿਰ ਜਾ ਕੇ ਸੌਟ ਆਊਟ ਹੋਇਆ ਕਿਉਂਕਿ ਭੀੜ 'ਚ ਨਹੀਂ ਪਤਾ ਲੱਗੇਗਾ ਔਰ ਕੌਣ ਆ ਗਿਆ ਕੌਣ ਨਹੀਂ ਆ ਗਿਆ। ਸਿਕਿਉਰਿਟੀ ਨੇ ਆਪਣੀ ਡਿਊਟੀ ਨਿਭਾਉਣੀ ਹੈ। ਕੱਲ ਨੂੰ ਕੋਈ ਊਂਚ ਨੀਚ ਹੋਗੀ ਤੇ ਕੌਣ ਜ਼ਿੰਮੇਵਾਰ ਹੈ? ਉਹਨਾਂ ਨੇ ਸਮਝਿਆ ਕਿ ਕੋਈ ਪਬਲਿਕ ਮੈਨ ਹੈ, ਨੇੜੇ ਆਉਣ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਨੇ ਪੁਸ਼ ਕਰ ਦਿੱਤਾ। ਬਾਅਦ ਵਿੱਚ ਜਦੋਂ ਸੌਟ ਆਊਟ ਹੋਈ ਸਾਰੀ ਗੱਲ ਕਿ ਇਹ ਤੇ ਸੂਬਾ ਪ੍ਰਧਾਨ ਨੇ, ਫਿਰ ਉਹ ਮੇਰਾ ਖਿਆਲ ਸੌਰੀ ਫੀਲ ਕੀਤੀ ਸਭ ਕੁਝ। ਸਟੇਟਸ ਵੱਡਾ ਨਾ, ਪਾਰਟੀ ਦੇ ਸੂਬੇ ਦੇ ਪ੍ਰਧਾਨ ਆ ਨਾ, ਉਹਦੇ 'ਚ ਹੋਈ ਹੈ। ਪਤਾ ਨਹੀਂ ਲੱਗਦਾ ਕਈ ਵਾਰ ਗੱਲਾਂ ਬਣ ਜਾਂਦੀਆਂ, ਪਰ ਉਹਨਾਂ ਨੂੰ ਇਹ ਕੋਈ ਵਿਅਕਤੀਗਤ ਤੌਰ ਤੇ ਕੋਈ ਧੱਕਾ ਨਹੀਂ ਵੱਜਦਾ, ਅਚਾਨਕ ਗੱਲ। ਉਹ ਤਾਂ ਸਿਕਿਉਰਿਟੀ ਹੈ, ਬਾਅਦ ਵਿੱਚ ਸੌਟ ਆਊਟ ਗੱਲਾਂ ਸਾਰੀਆਂ ਹੋਈ ਜਾਂਦੀਆਂ ਨੇ। ਏਦਾਂ ਗਲਤ ਫਹਿਮੀਆਂ ਹੁੰਦੀਆਂ ਨੇ ਰਸ਼ ਦੇ ਵਿੱਚ, ਬਹੁਤ ਗਲਤ ਫਹਿਮੀਆਂ ਹੁੰਦੀਆਂ ਨੇ। ਭੀੜ ਹੁੰਦੀ ਹੈ ਨਾ, ਭੀੜ 'ਚ ਬੜਾ ਕੁਝ ਹੁੰਦਾ, ਬਹੁਤ ਕੁਝ ਮੈਂਟੈਲਿਟੀ ਬੜਾ ਕੁਝ ਕਰ ਜਾਂਦੀ ਹੈ। ਖਾਸ ਕਰਕੇ ਉਹਨਾਂ ਨੂੰ ਸਿਕਿਉਰਿਟੀ ਨੂੰ ਇਹ ਰਹਿੰਦਾ ਹੈ ਕਿ ਸਾਡਾ ਬੰਦਾ, ਸਾਡੀ ਜ਼ਿੰਮੇਵਾਰੀ, ਉਹ ਆਪਣੀ ਜ਼ਿੰਮੇਵਾਰੀ ਨਿਭਾਉਣ। ਬਿਲਕੁਲ, ਉਹ ਠੀਕ ਹੈ, ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ। ਸੋ ਆਪਾਂ ਅੱਗੇ ਤੁਰਦੇ ਹਾਂ ਜੀ। ਭਾਜਪਾ ਦੀ ਕੌਮੀ ਕਾਰਜਕਾਰਨੀ ਕਮੇਟੀ ਦੀ ਦਿੱਲੀ ਵਿੱਚ 2 ਰੋਜ਼ਾ ਕਾਨਫਰੰਸ ਸ਼ੁਰੂ ਹੋ ਗਈ ਹੈ ਕਿਉਂਕਿ ਕਈ ਸੂਬੇ ਭਾਜਪਾ ਨੂੰ ਲੱਗ ਰਿਹਾ ਕਿ ਸੈਂਸਿਟਿਵ ਨੇ। ਜਿਵੇਂ ਉਹਨਾਂ ਨੇ ਸਾਰੀ ਜਾਂਚ ਕੀਤੀ, ਜਿਵੇਂ ਇਲੈਕਸ਼ਨਸ ਹੁਣ 2024 ਦੇ ਵਿੱਚ ਹੈਗੀਆਂ ਨੇ, ਉਸ ਤੋਂ ਪਹਿਲਾਂ ਸਾਰੀ ਕੈਮਿਸਟਰੀ ਬਿਠਾਉਣ ਦੀ ਕੋਸ਼ਿਸ਼ ਕਰਦੇ ਨੇ, ਥਾਂ ਥਾਂ ਤੇ ਜਾ ਕੇ ਵੀ ਕਿਹੜਾ ਏਰੀਆ ਕਿੱਦਾਂ ਵੋਟਾਂ ਆਪਣੇ ਵੱਲ ਖਿੱਚਣੀਆਂ ਨੇ, ਇਹ ਸਾਰੀ ਸਟ੍ਰੈਟਜੀ ਬਣਾਉਣੀ ਹੁੰਦੀ ਹੈ। ਉਹਨਾਂ ਨੂੰ ਲੱਗਦਾ ਕਿ ਸੈਂਸਿਟਿਵ ਏਰੀਆ ਜ਼ਿਆਦਾ ਨੇ ਜਿਹਦੇ ਉੱਤੇ ਸਾਨੂੰ ਜ਼ਿਆਦਾ ਕੰਮ ਕਰਨਾ ਪੈਣਾ ਕਿਉਂਕਿ ਕਮਜ਼ੋਰ ਹੈ ਉੱਥੇ ਬੀਜੇਪੀ। 100 ਤੋਂ ਵੱਧ ਏਰੀਆਜ਼ ਨੇ, ਤਾਂ ਉਹ ਜਿਹੜੀ ਖਾਸ ਕਰਕੇ ਸਟ੍ਰੈਟਜੀ ਬਣਾਉਣੀ ਹੈ 2024 ਦੀਆਂ ਇਲੈਕਸ਼ਨਸ ਵਾਸਤੇ, ਉਹ ਸਾਰੀ ਹੁਣ ਕਾਨਫਰੰਸ ਚੱਲ ਰਹੀ ਹੈ, ਡਿਸਕਸ਼ਨਸ ਚੱਲ ਰਹੀਆਂ ਨੇ। ਇਹ ਇਹਨਾਂ ਦੀ ਐਗਜ਼ੈਕਟਿਵ ਬੋਡੀ ਜਿਹੜੀ ਆ ਉਹ ਦਿੱਲੀ ਦਾ ਇੱਕ ਇਹਨਾਂ ਦਾ ਹੈੱਡ ਆਫਿਸ ਹੈ, ਦਿੱਲੀ ਸ਼ੋਕਾ ਰੋਡ ਵਾਲੀ ਸਾਈਡ ਤੇ ਇਹਨਾਂ ਦਾ ਹੈੱਡ ਆਫਿਸ। ਉਹਦੇ ਵਿੱਚ JP ਨੱਡਾ ਦੀ ਜਿਹੜੀ ਆ ਕਾਰਗੁਜ਼ਾਰੀ ਦੇ ਅੰਡਰ ਹੀ ਇਹ ਮੀਟਿੰਗ ਹੋ ਰਹੀ ਆ। ਉਹ 'ਚ ਸਾਰੇ ਨੇਤਾ, ਨੈਸ਼ਨਲ ਨੇਤਾ ਸਾਰੇ ਪਹੁੰਚੇ ਆ ਔਰ ਉਹਨਾਂ ਦੇ ਇਹ ਕਹਿਤਾ ਉਹਨਾਂ ਨੇ ਕਿ ਜਦੋਂ ਕਿ ਅਸੀਂ ਗੁਜਰਾਤ ਦੇ ਵਿੱਚ ਬਾਕੀ ਸੂਬਿਆਂ 'ਚ ਬਹੁਮਤ ਨਾਲ ਜਿੱਤ ਰਹੇ ਹਾਂ, ਸਾਰਾ ਕੁਝ ਕਰ ਰਹੇ ਹਾਂ, ਤਾਂ ਉਹਦੇ ਵਿੱਚ ਸਾਨੂੰ ਲੱਗਦਾ ਕਿ ਅਸੀਂ ਪੂਰੀਆਂ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨ ਆ ਉਹਨਾਂ ਵਿੱਚ ਫਿਰ ਅਸੀਂ ਕਾਮਯਾਬੀ ਹਾਸਲ ਕਰਾਂਗੇ। ਔਰ ਇਹਨਾਂ ਦਾ ਵੈਸੇ ਇਹ ਮੀਟਿੰਗ ਦਾ ਕਰਨ ਦਾ ਮਤਲਬ ਇਹ ਹੈ ਕਿ ਵਿਚਾਰ ਵਟਾਂਦਰਾ, ਫਿਰ ਇਹਨਾਂ ਨੇ ਦੇਖਣਾ ਕਿ ਸਾਡਾ ਸਟੇਟਸ ਕਿੱਥੇ ਕਿ ਅਸੀਂ ਖੜੇ ਹਾਂ, ਕਿਉਂਕਿ ਇਸ ਵੇਲੇ ਤਾਂ ਇਹਨਾਂ ਕੋਲ ਸਾਰਾ ਰੂਲਿੰਗ ਪਾਰਟੀ ਇਹਨਾਂ ਦੀ ਆ, ਪ੍ਰਧਾਨ ਮੰਤਰੀ ਇਹਨਾਂ ਦਾ ਹੈਗਾ, ਸਾਰੀ ਜਿੰਨਾ ਵੀ ਇਹਨਾਂ ਕੋਲ ਮਹਿਕਮੇ ਇਹਨਾਂ ਦੇ ਅੰਡਰ ਆ, ਸਾਰਾ ਕੁਝ ਇਹਨਾਂ ਕੋਲ ਹਿੰਦੁਸਤਾਨ ਦਾ ਜਿੰਨਾ ਅਮਲਾ ਫੈਲਾ ਇਹਨਾਂ ਕੋਲ ਹੈਗਾ। ਪਰ ਇਸ ਵੇਲੇ ਇਹਨਾਂ ਨੇ ਇਹ ਕੀਤਾ ਕਿ ਅਸੀਂ ਥੋੜ੍ਹਾ ਬਹੁਤ ਐਨਾਲਿਸਿਸ ਕਰ ਲਈਏ ਕਿ ਸਾਨੂੰ ਪਤਾ ਲੱਗ ਜਾਏ ਕਿ ਆਉਣ ਵਾਲਾ ਸਮਾਂ ਸਾਡੇ ਲਈ ਕਿਸ ਤਰ੍ਹਾਂ ਦਾ ਹੈਗਾ। ਹੁਣ ਉਹਦੇ ਲਈ ਜਿਹੜੇ ਨੇਤਾ ਇਕੱਠੇ ਹੋ ਕੇ ਉਹਦੇ ਵਿੱਚ ਸਾਰੀ ਇੱਥੇ ਵਿਚਾਰ ਵਟਾਂਦਰਾ ਕਰਨਗੇ ਵੀ ਸਾਨੂੰ ਹੁਣ ਇਹਦੇ ਵਿੱਚ ਅੱਗੇ ਤੋਂ ਕੀ ਕੁਝ ਕਰਨਾ ਚਾਹੀਦਾ, ਲੋਕਾਂ ਨੂੰ ਨੇੜੇ ਲਿਆਉਣ ਲਈ ਕੀ ਕਰੀਏ। ਕਿਉਂਕਿ ਦੂਜੇ ਪਾਸੇ ਇੱਕ ਤਾਂ ਭਾਰਤ ਜੋੜੋ ਯਾਤਰਾ ਸ਼ੁਰੂ ਹੋ ਗਈ ਹੈ, ਦੂਜੇ ਪਾਸੇ ਇਹਨਾਂ ਨੂੰ ਵੀ ਇਹ ਲੱਗਦਾ ਕਿ ਨੈਸ਼ਨਲ ਪਾਰਟੀ ਹੁਣ ਮੈਨ ਟੂ ਮੈਨ, ਡੋਰ ਟੂ ਡੋਰ ਪਹੁੰਚੀ ਪਈ ਹੈ, ਤਾਂ ਅਸੀਂ ਕਿਉਂ ਸੁੱਤੇ ਪਏ ਹਾਂ, ਸਾਨੂੰ ਚਾਹੀਦਾ ਕਿ ਘੁੰਮਣਾ ਚਾਹੀਦਾ। ਨਾਲੇ ਉਹਨਾਂ ਨੂੰ ਇਹ ਵੀ ਹੈਗਾ ਕਿ ਸਰਦੀਆਂ ਦੇ ਵਿੱਚ ਟੀ-ਸ਼ਰਟ ਪਾ ਕੇ ਰਾਹੁਲ ਗਾਂਧੀ ਘੁੰਮਦੇ ਫਿਰਦੇ ਆ, ਨੰਗੇ ਪੈਰ ਵੀ ਚੱਲਦੇ ਆ ਔਰ ਲੋਕਾਂ ਨਾਲ ਜਿਹੜਾ ਵਿਚਾਰ ਵਟਾਂਦਰਾ ਕਰ ਰਹੇ ਆ। ਤਾਂ ਘੱਟੋ ਘੱਟ ਅਸੀਂ ਆਪਣੀ ਦਿੱਲੀ 'ਚ ਬੈਠ ਕੇ ਤਾਂ ਕੰਮ ਕਰੀਏ ਨਾ, ਫਿਰ ਅਸੀਂ ਜੋ ਵੀ ਕਰਾਂਗੇ ਕਰਨਾ ਬਣਦਾ। ਅਡਵਾਨੀ ਸਾਹਿਬ ਨੇ ਇੱਕ ਵਾਰੀ ਰੱਥ ਯਾਤਰਾ ਸ਼ੁਰੂ ਕਰਤੀ, ਆਪ ਯਾਤਰਾ ਘੁੰਮਦੇ ਸੀਗੇ, ਇਲੈਕਸ਼ਨ ਦਾ ਚੱਕਰ ਸੀ ਉਦੋਂ ਵੀ, ਪੂਰੇ ਇੰਡੀਆ 'ਚ ਘੁਮਾਇਆ ਉਹਨਾਂ ਨੇ ਆਪਣਾ ਰੱਥ ਯਾਤਰਾ, ਕਿਉਂਕਿ ਕਰਦੇ ਆ। ਇਹਦਾ ਮਤਲਬ ਹੈਗਾ ਕਿ ਲੋਕ ਇਹ ਨਾ ਕਹਿਣ ਕਿ ਦਿੱਲੀ ਦੇ ਤਖਤ 'ਤੇ ਬਹਿ ਕੇ ਪਾਰਲੀਮੈਂਟ 'ਚ ਹੀ ਬੋਲਦੇ ਆ, ਸਾਡੇ ਨੇੜੇ ਆਉਂਦੇ ਨਹੀਂਗੇ। ਇਸੇ ਤਰ੍ਹਾਂ ਇਹ ਮੈਨ ਟੂ ਮੈਨ ਮਿਲਦੇ ਆ, ਲੋਕ ਇਹਨਾਂ ਦੇ ਨੇੜੇ ਆਉਂਦੇ ਆ। ਔਰ ਪ੍ਰਕਾਸ਼ ਸਿੰਘ ਬਾਦਲ ਜੀ ਹੋਰਾਂ ਵੀ ਤਾਂ ਇੱਦਾਂ ਹੀ ਕੀਤਾ ਹੈਗਾ, ਜਦੋਂ ਇਹਨਾਂ ਨੇ 5 ਵਾਰ ਰਹੇ ਆ ਪੰਜਾਬ ਦੇ ਮੁੱਖ ਮੰਤਰੀ, ਤੋਂ ਪਿੰਡਾਂ 'ਚ ਜਾਂਦੇ ਸੀ, ਉਹ 'ਚ ਸੰਗਤ ਦਰਸ਼ਨ ਕਰਦੇ ਸੀ, ਲੋਕ ਬੈਠਦੇ ਸੀ, ਉਹਨਾਂ ਦੀ ਸਮੱਸਿਆਵਾਂ ਸੁਣਦੇ ਸੀ, ਫਿਰ ਉਹਨਾਂ ਨੂੰ ਕਹਿੰਦੇ ਵੀ ਆਹ ਅਸੀਂ ਹੱਲ ਕਰ ਦਾਂਗੇ, ਕੋਈ ਗੱਲ। ਜਿੱਥੇ ਪਾਣੀ ਦੀ ਸਮੱਸਿਆ, ਬਿਜਲੀ ਦੀ ਸਮੱਸਿਆ, ਹੋਰ ਕਮਾਈ ਔਕੜਾਂ ਨੇ ਪੰਜਾਬ ਦੀਆਂ, ਉਹਨਾਂ ਨੂੰ ਮਿਲਦੇ ਰਹੇ ਔਰ ਲੋਕ ਉਹ ਖੁਸ਼ ਰਹੇ ਇਸ ਗੱਲ 'ਤੇ। ਇਹ ਹੁੰਦੇ ਸੀ ਲੋਕਾਂ ਨੂੰ ਕਿ ਅਸੀਂ ਚੰਡੀਗੜ੍ਹ ਤਾਂ ਨਹੀਂ ਜਾਂਦੇ, ਵਿਧਾਨ ਸਭਾ 'ਚ ਜਾਂ ਉਹਨਾਂ ਦੇ ਪਾਰਲੀਮੈਂਟ ਜਾਂ ਜਿੱਥੇ ਵਿਧਾਨ ਸਭਾ ਦੀ ਮੀਟਿੰਗ ਹੁੰਦੀ ਹੈ ਉੱਥੇ ਤਾਂ ਅਸੀਂ ਥੋੜ੍ਹਾ ਮਿਲਾਂਗੇ ਉਹਨਾਂ ਨੂੰ। ਔਰ ਪਿੰਡਾਂ ਦੇ ਲੋਕ ਵਿਚਾਰੇ ਮਿਲ ਵੀ ਨਹੀਂ ਸਕਦੇ, ਉੱਥੇ ਤੁਹਾਡਾ ਕਾਰਡ ਬਣਦਾ, ਫੋਟੋ ਲੱਥੂਗੀ, ਫਿਰ ਤੁਹਾਨੂੰ ਟਾਈਮ ਮਿਲੂਗਾ, ਫਿਰ ਗੱਲ ਉੱਥੇ ਹੁੰਦੀ ਨਹੀਂ ਹੁੰਦੀ, ਫਿਰ ਕਹਿਣਗੇ ਬਾਦਲ ਸਾਹਿਬ ਤਾਂ ਇੱਥੇ ਨੇ, ਉਹ ਤਾਂ ਦੌਰੇ 'ਤੇ ਬਾਹਰ ਚਲੇ ਗਏ। ਇਸ ਕਰਕੇ ਇਹ ਆਪ ਆਉਂਦੇ ਰਹੇ। ਹੁਣ ਇਹਨਾਂ ਦਾ ਜਿਹੜੀ ਇਸ ਵੇਲੇ BJP ਦੀ ਪਾਰਟੀ ਆ, ਇਹਦਾ ਵੀ ਮਨਸ਼ਾ ਇਹੀ ਹੈ ਕਿ ਜੋ ਗੱਲ ਪਹਿਲੋਂ ਗੱਲ ਕਰ ਲਈ, ਫਿਰ ਇਹਨਾਂ ਨੇ ਵਿਉਂਤਾਂ ਬਣਾ ਲੈਣੀਆਂ, ਯੋਜਨਾਵਾਂ ਬਣਾ ਲੈਣੀਆਂ। ਇਹ ਵੀ ਵੈਸੇ ਘੁੰਮਣਗੇ ਇਲੈਕਸ਼ਨ ਤੋਂ ਪਹਿਲਾਂ, ਦੇਖੋ ਕੀ ਕੁਛ ਹੁੰਦਾ, ਪੂਰੇ ਇੰਡੀਆ 'ਚ ਘੁੰਮਣਗੇ। ਉੱਦਾਂ ਭਾਵੇਂ ਕਿਸੇ ਨੂੰ ਮਿਲਣ ਜਾਂ ਨਾ ਮਿਲਣ ਕੋਈ ਵੀ, ਪਰ ਹੁਣ ਇਹਨਾਂ ਨੇ ਆਪ ਆਉਣਾ ਮਿਲਣ ਪਿੰਡਾਂ ਵਿੱਚ। ਬੇਸਿਕਲੀ ਸਾਰੀ ਪੋਲੀਟੀਕਲ ਮੂਵ ਹੈ ਇਹ, ਹਰ ਚੀਜ਼ ਪੋਲੀਟੀਕਲ ਮੂਵ ਹੈ, ਕਿਉਂਕਿ
ਬਿਨਾਂ ਪੋਲਿਟਿਕਸ ਤੋਂ ਪੋਲੀਟੀਕਲ ਪਾਰਟੀ ਕਿੱਦਾਂ ਐਗਜ਼ਿਸਟ ਕਰੇਗੀ? ਸੋ ਇਹ ਸਾਰੀ ਪੋਲੀਟੀਕਲ ਮੂਵਸ ਹੁੰਦੀਆਂ ਨੇ, ਬੋਲਬਾਲਾ ਹੁੰਦਾ। ਬਿਲਕੁਲ ਸਹੀ ਗੱਲ ਹੈ। ਸੋ ਬਲਕਾਰ ਜੀ, ਹੁਣ ਅਗਲਾ ਇਸ਼ੂ ਆਪਾਂ ਲਈਏ ਕਿ ਕਪਿਲ ਸਿੱਬਲ ਜੀ ਨੇ ਕਿਹਾ ਕਿ ਨਿਆਂਪਾਲਿਕਾ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ। ਹੁਣ ਕਪਿਲ ਸਿੱਬਲ ਜੀ ਸੁਪਰੀਮ ਕੋਰਟ ਦੇ ਮੰਨੇ ਪਰਮੰਨੇ ਵਕੀਲ ਨੇ ਔਰ ਕਾਫੀ ਨਾਮੀ ਕਰਾਮੀ ਵਕੀਲ ਨੇ, ਔਰ ਅਸੀਂ ਜਾਣਦੇ ਹਾਂ ਕਿ ਪੁਰਾਣੇ ਦੇਸ਼ ਦੇ ਜਿਹੜੇ ਟੌਪ ਦੇ ਵਕੀਲ ਨੇ ਉਹਨਾਂ ਵਿੱਚੋਂ ਇੱਕ ਨੇ, ਔਰ ਇਹ ਹੁਣ ਕਾਂਗਰਸ ਦੇ ਵਿੱਚ ਵੀ ਰਹੇ ਨੇ ਪਹਿਲਾਂ। ਹਾਂ ਬਿਲਕੁਲ, ਕਾਂਗਰਸ ਦੇ ਬੜੇ ਵੱਡੇ ਨੇਤਾ ਰਹੇ, ਬੜੇ ਵੱਡੇ ਨੇਤਾ ਰਹੇ, ਮੰਤਰੀ ਰਹੇ ਆ, ਕਾਨੂੰਨ ਮੰਤਰੀ ਰਹੇ ਜੀ। ਔਰ ਇਹਨਾਂ ਨੇ ਇਹ ਗੱਲ ਕਹੀ ਹੈ ਤੇ ਇਸ ਗੱਲ ਦਾ ਕੀ ਆਪਾਂ ਅੰਦਾਜ਼ਾ ਲਗਾਈਏ? ਅਸਲ 'ਚ ਇਹਨਾਂ ਨੇ ਗੱਲ ਇਸ ਤਰ੍ਹਾਂ ਦੀ ਕਹੀ ਹੈ ਕਿ ਜਿਹੜੇ ਇਹਦੇ 'ਚ ਆਪਣੇ ਵਾਈਸ ਪ੍ਰੈਜ਼ੀਡੈਂਟ ਨੇ, ਉਹਨਾਂ ਦਾ ਬਿਆਨ ਦਿੱਤਾ ਸੀ ਉਹਨਾਂ ਨੇ, ਉਹਦੇ ਬਿਆਨ ਦੇ ਵਿੱਚ ਉਹਨਾਂ ਦਾ ਜਵਾਬ ਹੈਗਾ। ਉਹਨਾਂ ਨੇ ਕਿਹਾ ਸੀ, ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਸਰਕਾਰਾਂ ਚੱਲਦੀਆਂ ਨੇ ਸਾਰਾ ਕੁਝ ਹੈਗਾ, ਉਹਦੇ ਵਿੱਚ ਅਸੀਂ ਕਾਨੂੰਨ ਦੀ ਜਿਹੜੀ ਵੀ ਮਰਿਆਦਾ ਉਹਦੇ ਨਾਲ ਚੱਲਦੀਆਂ ਸਰਕਾਰਾਂ ਅੱਗੇ ਪਿੱਛੇ ਵੀ ਆ, ਔਰ ਜਿਹਦੇ ਵਿੱਚ ਲੋਕ ਕਈ ਵਾਰੀ ਆਲੋਚਨਾ ਕਰਦੇ ਆ, ਕਿਉਂਕਿ ਕਹਿੰਦੇ ਕਿ ਸਰਕਾਰਾਂ ਕਈ ਵਾਰ ਜਿਹੜੀਆਂ ਸਰਕਾਰਾਂ ਦੀ ਗੱਲ ਮੰਨਦੀ ਆ, ਜਿਹੜੀ ਜੁਡੀਸ਼ਰੀ ਆ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਉਹਨੂੰ ਉਹਨਾਂ ਨੇ ਪੂਰਾ ਕਰਨ ਲਈ ਕਿਹਾ ਕਿ ਜਿਹੜਾ ਧਨਖੜ ਜੀ ਜਿਹੜੇ ਆਪਣੇ ਵਾਈਸ ਪ੍ਰੈਜ਼ੀਡੈਂਟ ਨੇ ਇੰਡੀਆ ਦੇ, ਉਹਨਾਂ ਦੇ ਜਵਾਬ 'ਚ ਇਹਨਾਂ ਨੇ ਕਿਹਾ ਕਿ ਜੋ ਤੁਸੀਂ ਕਹਿ ਰਹੇ ਜੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ 'ਤੇ ਕਹਿ ਰਹੇ ਜੇ ਜਾਂ ਵਿਅਕਤੀਗਤ ਤੌਰ 'ਤੇ ਤੁਹਾਡਾ ਕੋਈ ਆਪਣਾ ਵਿਚਾਰ ਹੈ, ਪਰ ਇਹਨਾਂ ਨੇ ਕਿਹਾ ਕਿ ਜਿਹੜੀ ਨਿਆਂ ਪ੍ਰਣਾਲੀ ਹੈ ਸਾਡੀ, ਉਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਅਪ ਡਾਊਨ ਆ, ਉਹਦੇ ਵਿੱਚ ਵੀ ਸੁਧਾਰ ਹੋਣ ਵਾਲਾ ਹੈਗਾ, ਉਹਦੇ ਵਿੱਚ ਕਈ ਕੁਛ ਹੈਗਾ। ਬੀਇੰਗ ਐਡਵੋਕੇਟ ਇਹਨਾਂ ਦਾ ਆਪਣਾ ਵਿਚਾਰ ਹੈਗਾ, ਜਾਂ ਇੱਕ ਨੇਤਾ ਦੇ ਤੌਰ 'ਤੇ ਇਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਕਈ ਉੱਚੇ ਨੀਵੇਂ ਜਿਹੜੇ ਇਹਦੇ ਵਿੱਚ ਇਸ਼ੂ ਹੋਏ ਆ ਜਿਹੜੇ ਨਹੀਂ ਸੀ ਹੋਣੇ ਚਾਹੀਦੇ। ਉਹਨਾਂ ਨੇ ਇਹ ਕਿਹਾ ਕਿ ਜਿੱਦਾਂ ਉਹਨਾਂ ਨੇ ਕਿਹਾ ਕਿ ਕਈ ਕੇਸ ਜਿਹੜੇ ਆ ਪੈਂਡਿੰਗ ਪਏ ਰਹੇ ਇੰਡੀਆ ਦੇ, ਕਈ ਕੇਸ ਜਿਹੜੇ ਆ ਪੈਂਡਿੰਗ ਵੀ ਨਹੀਂ ਹੈਗੇ ਤੋਂ ਪਹਿਲਾਂ ਸਾਲਵ ਹੋ ਗਿਆ। ਉਹਨਾਂ ਨੇ ਇਹ ਕਿਹਾ ਕਿ ਜੁਡੀਸ਼ਰੀ ਜਿਹੜੀ ਉਹ ਕਿਸ ਤਰ੍ਹਾਂ ਸੋਚ ਰਹੀ ਆ, ਕਈਆਂ ਨੇ ਕੋਈ ਕੁਝ ਕਰ ਚੁੱਕੇ ਆ, ਉਹਨਾਂ ਦੇ ਅੱਗੇ ਗਵਾਹ ਨਹੀਂ ਸਾਹਮਣੇ ਆਇਆ ਜਾਂ ਕੁਝ ਨਹੀਂ ਹੈਗਾ ਤਾਂ ਬਿਲਕੁਲ ਸਾਫ਼ ਤੌਰ 'ਤੇ ਆਪਣੇ ਘਰਾਂ 'ਚ ਆ ਗਏ ਆ। ਔਰ ਇਸ ਤਰ੍ਹਾਂ ਦੀਆਂ, ਕਿਉਂਕਿ ਇਹ ਬੀਇੰਗ ਐਡਵੋਕੇਟ ਲਾ ਮਿਨਿਸਟਰ ਵੀ ਰਹਿਣ ਦੇ ਕਰਕੇ ਇਹਨਾਂ ਨੇ ਗੱਲ ਕੀਤੀ ਹੈ। ਔਰ ਇਹਦੇ ਵਿੱਚ ਇਹ ਹੈਗਾ ਕਿ ਸਰਕਾਰਾਂ ਹਰ ਸਮੇਂ ਇਸ ਤਰ੍ਹਾਂ ਦਾ ਹੁੰਦਾ ਰਿਹਾ, ਕਾਂਗਰਸ ਦੇ ਟਾਈਮ 'ਤੇ ਕਿਉਂ ਨਹੀਂ ਕੁਝ ਹੁੰਦਾ ਰਿਹਾ, ਅਤੇ ਜਾਂ ਇਹਨਾਂ ਦੇ ਸਮੇਂ ਕੋਈ ਜ਼ਿਆਦਾ ਹੋ ਰਿਹਾ। ਜਦੋਂ ਵੀ ਕੋਈ ਸਰਕਾਰ ਆਉਂਦੀ ਹੈ, ਦੂਜੀ ਸਰਕਾਰ ਉਹਦੇ ਲਈ ਆਲੋਚਨਾਤਮਕ ਤੌਰ 'ਤੇ ਵਿਚਾਰ ਅੱਗੇ ਪੇਸ਼ ਕਰਦੀ ਹੈ, ਲੋਕਾਂ ਨੂੰ ਦੱਸਣ ਲਈ, ਜਾਂ ਲੋਕਾਂ ਨੂੰ ਥੋੜ੍ਹਾ ਜਿਹਾ ਹੋਰ ਕਹਿੰਦੇ ਵੀ ਇਹਦੇ ਪਿੱਛੇ ਮਸਾਲਾ ਲਾ ਦਿਓ, ਇਸ ਤਰ੍ਹਾਂ ਦੀ ਗੱਲਾਂ ਵੀ ਹੋ ਸਕਦੀਆਂ। ਹਾਂ, ਇਹ ਮਸਾਲਾ ਲਾ ਕੇ ਹੀ ਹੈਗਾ। ਇਹ ਹੁਣ ਜਿਹੜੇ ਵੀ ਇਸ ਵੇਲੇ ਮਸਾਲਾ ਲਾ ਕੇ ਜਾਂ ਤੇਲ ਲਾ ਕੇ ਜਾਂ ਉਹਦੇ ਵਿੱਚ ਰਾੜ ਕੇ ਜਿਹੜੇ ਦੇ ਰਹੇ ਇਸ਼ੂ ਉਹ ਹੈਗੇ ਆ, ਉਹ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ। ਲੋਕ ਸਿਆਣੇ ਆ, ਲੋਕ ਪੜ੍ਹੇ ਲਿਖੇ ਹੈਗੇ ਆ, ਐਡਵੋਕੇਟ ਵੀ ਆ, ਲੋਕ ਪੜ੍ਹੇ ਲਿਖੇ ਆ, ਲੋਕਾਂ ਵੱਲੋਂ ਕੋਈ ਇਹਦੇ 'ਤੇ ਰਿਐਕਸ਼ਨ ਨਹੀਂ ਹੋਇਆ। ਲੋਕਾਂ ਨੇ ਤਾਂ ਕਿਹਾ ਕਿ ਨਾ ਕਿਸੇ ਅਖਬਾਰ ਨੇ ਚੱਕਿਆ ਇਹਨੂੰ, ਨਾ ਕਿਸੇ ਮੀਡੀਆ ਨੇ ਚੱਕਿਆ ਇਹਨੂੰ, ਪਰ ਥੋੜ੍ਹਾ ਬਹੁਤ ਜਿਹੜੀ ਗੱਲ ਤਾਂ ਲੋਕਾਂ ਤੱਕ ਪਹੁੰਚੀ ਹੈਗੀ ਆ। ਪਰ ਚਲੋ ਆਪੋਜੀਸ਼ਨ ਜਾਂ ਦੂਸਰੇ ਨੇਤਾ ਜਿਹੜੇ ਨੂੰ ਗੱਲ ਕਰਦੇ ਆ, ਅੱਛੀ ਗੱਲ ਹੁੰਦੀ ਆ, ਤਾਂ ਕਿ ਜਿਹੜੀ ਅਗਲੀ ਸਰਕਾਰ ਰੂਲਿੰਗ ਪਾਰਟੀ ਹੈ ਥੋੜ੍ਹੀ ਜਿਹੀ ਸਤਰਕਤਾ ਰਹੇ, ਥੋੜ੍ਹੀ ਜਿਹੀ ਅਲਰਟ ਤਾਂ ਰਹੇ, ਮਨਮਾਨੀ ਤਾਂ ਨਾ ਕਰੇ, ਹੈ ਨਾ। ਜਿੱਥੇ ਜਿੱਥੇ ਕੁਝ ਰੋਕ ਲੱਗਦੀ ਆ, ਲਾਉਣਾ ਜਿਹੜਾ ਹੈਗਾ ਵਿਰੋਧੀਆਂ ਦੇ ਹੱਥ ਵਿੱਚ ਹੁੰਦਾ ਹੈ। ਬਿਲਕੁਲ ਹੈ। ਔਰ ਜਿੱਦੋਂ ਤੱਕ ਆਪਾਂ ਜਾਣਦੇ ਹਾਂ ਕਿ ਸਾਡੇ ਸੰਵਿਧਾਨ ਦੇ ਮੁਤਾਬਿਕ ਜਿਹੜੀ ਸਾਡੀ ਜੁਡੀਸ਼ਰੀ ਆ ਬਿਲਕੁਲ ਇੰਡੀਪੈਂਡੈਂਟ ਹੈ, ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਪਾਇਆ ਜਾ ਸਕਦਾ। ਹਾਂ, ਪਰ ਕਿਤੇ ਨਾ ਕਿਤੇ ਅਸੀਂ ਪਬਲਿਕ ਦੇ ਵਿੱਚ ਵੀ ਦੇਖਦੇ ਹਾਂ, ਪਬਲਿਕ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ, ਕੁਐਸਚਨ ਮਾਰਕ ਲਗਾਉਂਦੇ ਨੇ ਕਈ ਵਾਰ ਕਈ ਕੇਸਿਸ ਦੇ ਫੈਸਲੇ ਦੇ ਉੱਤੇ ਪਬਲਿਕ ਇਹ ਗੱਲ ਕਰਦੀ ਹੈ। ਔਰ ਇਹ ਸਮਾਂ ਆ ਗਿਆ ਹੈ ਕਿ ਚਾਹੇ ਉਹ ਈਵਨ ਸੁਪਰੀਮ ਕੋਰਟ ਦੇ ਵੀ ਕਈ ਡਿਸੀਜਨਸ ਨੇ ਜਿਹਦੇ ਉੱਤੇ ਪਬਲਿਕ ਕੁਐਸਚਨ ਮਾਰਕ ਲਗਾਉਂਦੀ ਹੈ, ਅੱਗੋਂ ਸਵਾਲ ਪੁੱਛਦੀ ਹੈ। ਮੀਡੀਆ 'ਚ ਜਿਹੜੇ ਮੀਡੀਆ ਨਾ, ਸੋਸ਼ਲ ਮੀਡੀਆ 'ਤੇ ਜੇ ਕੋਈ ਇਸ਼ੂ ਬਣਿਆ ਵਾ ਜਿੱਤੇ ਗੱਲ ਨੂੰ ਚਰਚਾ ਹੋਣੀ ਆ, ਉਹਦੇ ਵਿੱਚ ਜਿਹੜਾ ਚੀਫ ਜਸਟਿਸ ਨਾਲ ਨੇ, ਉਹਨਾਂ ਨੇ ਡਿਸੀਜਨ ਲੈਣਾ, ਅਤੇ ਸੋਸ਼ਲ ਮੀਡੀਆ 'ਤੇ ਪਹਿਲੋਂ ਆ ਜਾਂਦਾ ਵੀ ਅੱਜ ਕੀ ਹੋਊਗਾ, ਇਹਦੇ ਵਿੱਚ ਜਿਊਰੀ ਕੀ ਕਹੂਗੀ, ਉਹਦੇ ਵਿੱਚ ਸਾਰਾ ਕੁਛ ਉਹ ਡਿਸੀਜਨ ਜੋ ਉਹਨਾਂ ਨੇ ਕਰਨਾ ਉਹ ਪਹਿਲੋਂ ਕਰ ਚੁੱਕੇ ਹੁੰਦੇ ਲੋਕ ਵੀ ਬਹੁਤ ਸੂਝਵਾਨ ਸਿਆਣੇ ਹੈਗੇ ਆ, ਪਤਾ ਉਹਨਾਂ ਨੂੰ ਕਿ ਇਹ ਕਿਸ ਪਾਤ ਤੁਰਨਾ, ਕੰਮ ਕਿੱਧਰ ਚਲੇ ਜਾਣਾ ਹੈਗਾ। ਜੁਡੀਸ਼ਰੀ ਤੋਂ ਪਹਿਲੋਂ ਜਿਹੜੀ ਪ੍ਰੈਡਿਕਸ਼ਨ ਹੈ ਲੋਕ ਕਰ ਜਾਂਦੇ ਐਗਜ਼ੈਕਟਲੀ। ਔਰ ਤੁਸੀਂ ਦੇਖੋ ਨਾ ਕਿ ਕਈ ਗੱਲਾਂ ਇੱਦਾਂ ਦੀਆਂ ਨੇ, ਹੁਣ ਜੁਡੀਸ਼ਰੀ ਦੇ ਵਿੱਚ ਜਿਹੜੇ ਫੈਸਲੇ ਹੋਣੇ ਨੇ ਗਵਾਹਾਂ ਦੇ ਆਧਾਰ 'ਤੇ ਸਬੂਤਾਂ ਦੇ ਆਧਾਰ 'ਤੇ ਹੋਣੇ ਨੇ। ਹੁਣ ਜਿੱਦਾਂ ਗਵਾਹ ਸਾਹਮਣੇ ਆਉਣਗੇ, ਸਬੂਤ ਸਾਹਮਣੇ ਆਉਣਗੇ, ਤਾਂ ਜੱਜ ਸਾਹਿਬਾਨ ਨੇ ਉਹਨਾਂ ਦੇ ਬੇਸ ਦੇ ਉੱਤੇ ਸਾਰਾ ਕੇਸ ਦੇਖਣਾ। ਸੋ ਹੁਣ ਇਹਦੇ 'ਚ ਬਹੁਤ ਪੱਖ ਆ ਜਾਂਦੇ ਨੇ ਕਿ ਗਵਾਹ ਪੂਰੇ ਪਹੁੰਚੇ ਕਿ ਨਹੀਂ, ਸਬੂਤ ਪੂਰੇ ਪਹੁੰਚੇ ਕਿ ਨਹੀਂ, ਪੁਲਿਸ ਨੇ ਆਪਣੀ ਤਹਿਕੀਕਾਤ ਠੀਕ ਤਰ੍ਹਾਂ ਕੀਤੀ ਕਿ ਨਹੀਂ, ਵਕੀਲ ਸਾਹਿਬਾਨ ਨੇ ਕੇਸ ਨੂੰ ਕਿੱਦਾਂ ਪੇਸ਼ ਕੀਤਾ ਹੈ। ਸੋ ਸਾਰੀਆਂ ਗੱਲਾਂ, ਤਮਾਮ ਗੱਲਾਂ ਆ ਜਾਂਦੀਆਂ ਨੇ। ਔਰ ਜਿੱਥੇ ਤੱਕ ਸੂਝ-ਬੂਝ ਹੈ, ਜੱਜਿਸ ਦੀ ਵਿਜ਼ਡਮ ਹੈ, ਉਹਦੇ ਉੱਤੇ ਤਾਂ ਫਿਰ ਸਾਰੇ ਵਿਸ਼ਵਾਸ ਕਰਦੇ ਆ ਔਰ ਸਾਰੇ ਉਸ ਦੀ ਇੱਜ਼ਤ ਕਰਦੇ ਆ। ਔਰ ਜਿਹੜੀ ਇਹ ਸਾਰੀ, ਹਾਂਜੀ ਤੁਸੀਂ ਸੁਣਿਆ ਹੋਊਗਾ ਨਾ, ਹੁਣੇ ਐਸੇ ਗੱਲ ਦੇ ਨਾਲ ਰਿਲੇਟਡ ਗੱਲ ਹੈਗੀ, ਹਰਿਆਣਾ 'ਚ ਜਿਹੜੇ ਮਿਨਿਸਟਰ ਸੀ ਸਪੋਰਟਸ ਦੇ ਸੰਦੀਪ,
ਉਹਨਾਂ ਦੇ ਕੇਸ ਹੋਇਆ ਸੀਗਾ, ਉਹਦੇ 'ਚ ਕੋਚ ਨੇ ਕਿਹਾ ਕੋਈ ਛੇੜਛਾੜ ਦੇ ਮਾਮਲਾ ਸੀਗਾ, ਉਹਦੇ ਵਿੱਚ ਫਿਰ ਆਫਰ ਹੋਈ ਆ, ਉਹ ਮੀਡੀਆ ਨੇ ਕਿਹਾ, ਅਜੇ ਪਤਾ ਨਹੀਂ ਇੰਡੀਵਿਜੂਅਲ ਕੀ ਹੋਇਆ, ਉਹਦੇ ਵਿੱਚ ਕਿਹਾ ਵੀ 1 ਕਰੋੜ ਦਾ ਆਫਰ ਹੋ ਗਿਆ ਉਹਨਾਂ ਨੂੰ, ਦੂਜਿਆਂ ਨੂੰ ਕਿਹਾ ਕਿਸੇ ਜਿਹੜੀ ਕੰਟਰੀ 'ਚ ਸੈਟਲ ਹੋਣਾ ਚਾਹੁੰਦੇ ਹੋ ਜਾਓ, ਪਰ ਤੁਸੀਂ ਇਹਨੂੰ ਵਿਡਰਾ ਕਰ ਲਓ, ਕੇਸ ਨੂੰ ਅੱਗੇ ਨਾ ਜਾਓ। ਮੰਨੀ ਗੱਲ ਇਹ ਹੈਗੀ ਹੈ ਕਿ ਜਿਹੜੇ ਜੁਡੀਸ਼ਰੀ ਪਹੁੰਚਣ ਤੋਂ ਪਹਿਲਾਂ ਵੀ ਜਾਂ ਤਾਂ ਜਿੱਦਾਂ ਤੁਸੀਂ ਵਿਟਨੈਸ ਦੀ ਗੱਲ ਕੀਤੀ ਹੈ, ਗਵਾਹੀਆਂ ਦੀ ਹੈ, ਗਵਾਹ ਵੀ ਬਿਠਾ ਦਿੱਤੇ ਜਾਂਦੇ ਆ ਪੈਸੇ ਨਾਲ, ਉਹ ਮੁੱਕਰ ਵੀ ਜਾਂਦੇ ਆ, ਜਿਨ੍ਹਾਂ ਨੇ ਵਾਈਟ ਜਿਹੜਾ ਦੇ ਤੇ ਚਿੱਟੇ ਦਿਨ 'ਚ ਉਹਨਾਂ ਨੇ ਮਰਡਰ ਹੁੰਦਾ ਦੇਖਿਆ ਹੁੰਦਾ, ਉਹ ਪਿੱਛੇ ਆ ਜਾਂਦੇ ਆ, ਪੈਸਾ ਆ ਜਾਂਦਾ। ਫਿਰ ਜੁਡੀਸ਼ਰੀ ਵੀ ਉੱਥੇ ਕੀ ਕਰ ਸਕਦੀ ਜਦੋਂ ਕੋਈ ਗਵਾਹ ਨਹੀਂ ਉੱਥੇ ਹੁੰਦੇ। ਔਰ ਜਿੰਨਾ ਕੁਛ ਕਈ ਲੁਟੇਰੇ ਆ, ਕਈ ਕੁਛ ਕਰਦੇ, ਉਹ ਥ੍ਰੈਟ ਕਰ ਦਿੰਦੇ, ਧਮਕੀ ਦਿੰਦੇ, ਜੇ ਤੁਸੀਂ ਇੱਥੇ ਗਵਾਹੀ ਦਿੱਤੀ ਜਾਂ ਕੁਛ ਕੀਤਾ ਅਸੀਂ ਚੁੱਕ ਕੇ ਲੈ ਜਾਵਾਂਗੇ, ਤੁਹਾਨੂੰ ਮਾਰ ਦਾਂਗੇ। ਜੁਡੀਸ਼ਰੀ ਨੇ ਤਾਂ ਵੇਖਣਾ ਧਾਰਾ ਕਿਹੜੀ ਲੱਗੀ ਹੈ, ਇੰਡੀਅਨ ਪੈਨਲ ਕੋਡ ਦੇ ਅਕੋਰਡਿੰਗ ਕੀ ਕਰਨਾ ਹੈਗਾ। ਜਦੋਂ ਕਿ ਲੋਕ ਜੋ ਕੁਛ ਕਰਦੇ ਆ, ਲੋਕਾਂ 'ਚ ਵੀ ਗੜਬੜ ਹੈਗੀ ਆ, ਜੁਡੀਸ਼ਰੀ ਵੀ ਕਿਤੇ ਨਾ ਕਿਤੇ ਬਾਇਸ ਹੋ ਜਾਂਦੀ ਹੈ। ਇਹ ਚੀਜ਼ਾਂ ਸਾਰੀਆਂ ਹੈਗੀਆਂ ਨਿਰੋਲ ਰੂਪ 'ਤੇ ਪਿਓਰਿਟੀ ਨਾਲ ਤੁਹਾਨੂੰ ਕਾਨੂੰਨ ਦੀ ਸਮਰੱਥਾ ਮਿਲਣੀ ਔਖੀ ਹੈ ਇੰਡੀਆ 'ਚ। ਬਿਲਕੁਲ ਸਹੀ ਗੱਲ ਹੈ, ਤਾਂ ਹੀ ਪਬਲਿਕ ਤੁਸੀਂ ਠੀਕ ਕਰਿਓ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਉਠਾਉਂਦੀ ਹੈ। ਸੋ ਆਪਾਂ ਅੱਗੇ ਵਧਦੇ ਹਾਂ। ਪੂਰਾ ਦੇਸ਼ ਮੋਦੀ ਜੀ ਨੂੰ ਫਿਰ 2024 ਲੋਕ ਸਭਾ ਇਲੈਕਸ਼ਨਸ ਦੇ ਵਿੱਚ ਪ੍ਰਧਾਨ ਮੰਤਰੀ ਬਣਾਉਣ ਜਾ ਰਿਹਾ ਹੈ। ਇਹ ਅਮਿਤ ਸ਼ਾਹ ਜੋ ਹੋਮ ਮਿਨਿਸਟਰ ਨੇ, ਅਮਿਤ ਸ਼ਾਹ ਜੀ ਜਿਹੜੇ ਹੋਮ ਮਿਨਿਸਟਰ ਗ੍ਰਹਿ ਮੰਤਰੀ, ਇਹ ਗਾਂਧੀ ਨਗਰ ਸੀ ਆਏ ਨਾ ਉੱਥੇ, ਇਹ ਮੇਰੇ ਖਿਆਲ ਉੱਥੇ ਉਹਨਾਂ ਨੇ ਬਿਆਨ ਦਿੱਤਾ ਜਦੋਂ ਉਹ ਸਪੀਚ ਸੀ ਉਹਨਾਂ ਦੀ। ਉਹਨਾਂ ਨੇ ਕਿਹਾ ਕਿਉਂਕਿ ਖੰਨਾ ਜੀ ਇਸ ਵੇਲੇ ਪਤਾ ਗੱਲ ਕੀ ਹੈਗੀ ਹੈ, ਇਸ ਵੇਲੇ ਗੱਲ ਹੈਗੀ ਹੈ ਕਿ ਇਸ ਵੇਲੇ ਮਾਮਲਾ ਜਿਹੜਾ ਪੂਰਾ ਧੁਖਦਾ ਨਹੀਂ ਭਖ ਰਿਹਾ ਹੈਗਾ, ਉਹ ਕਾਹਦਾ, ਇਲੈਕਸ਼ਨ ਦਾ। ਇਲੈਕਸ਼ਨ ਆ ਗਈ ਹੈ ਨਾ, ਉਹਦੇ 'ਤੇ ਹੁਣ ਉਹਨਾਂ ਦੇ ਜਿਹੜੇ ਬਿਆਨ ਨੇ ਜਾਂ ਜਿਹੜੀ ਉਹਨਾਂ ਦੀ ਸਪੀਚ ਆ ਜਾਂ ਜੋ ਕੁਛ ਉਹਨਾਂ ਦਾ ਮੈਮੋਰੈਂਡਮ ਆ, ਸਾਰਾ ਕੁਛ ਉਹਦੇ ਇਰਦ ਗਿਰਦ ਘੁੰਮੂਗਾ। ਇਹ ਹੁਣ ਗਾਂਧੀ ਨਗਰ ਗਏ ਸੀ ਅਹਿਮਦਾਬਾਦ, ਉਹਦੇ 'ਚ ਗੁਜਰਾਤ 'ਚ, ਉੱਥੇ ਇਹਨਾਂ ਨੇ ਕਿਹਾ ਕਿ ਲੋਕਾਂ ਨੇ ਬੜਾ ਮੂੰਹ ਤੋੜਵਾਂ ਜਵਾਬ ਦਿੱਤਾ ਕਿ ਇਲੈਕਸ਼ਨ ਦੇ ਨਾਲ ਬਹੁਮਤ ਮੈਜੋਰਟੀ ਬੀਜੇਪੀ ਨੂੰ ਮਿਲ ਗਈ ਹੈ। ਔਰ ਇਹ ਆਂਦੇ ਸੁਨੇਹਾ ਸਾਰੇ ਦੇਸ਼ ਨੂੰ, ਸਾਰੇ ਦੇਸ਼ ਵਾਸੀਆਂ ਨੂੰ, ਔਰ ਜਿੱਥੇ ਜਿੱਥੇ ਵੀ ਸਾਡੀਆਂ ਸਰਕਾਰਾਂ ਬਣੀਆਂ ਉਹ ਸੂਬਿਆਂ 'ਚ ਤਾਂ ਬਣ ਗਈਆਂ, ਕਹਿੰਦੇ ਹੁਣ ਅਸੀਂ ਨੈਸ਼ਨਲ ਤੌਰ 'ਤੇ ਲੋਕ ਸਭਾ ਦੀ ਜਿਹੜੀ ਸਰਕਾਰ ਆ ਉਹ ਵੀ ਸਾਡੀ ਹੋਊਗੀ, ਅਤੇ ਆਉਣ ਵਾਲੇ ਵੁੱਡ ਵੀ ਪ੍ਰਾਈਮ ਮਿਨਿਸਟਰ ਸਾਡੇ ਜਿਹੜੇ ਆ ਉਹ ਨਰਿੰਦਰ ਮੋਦੀ ਜੀ ਹੋਣਗੇ, ਕਿਉਂਕਿ ਉਹਨਾਂ ਦੀ ਪਾਰਟੀ ਹੈ, ਉਹਨਾਂ ਨੂੰ ਪਤਾ ਕਿ ਲੋਕ ਥੋੜ੍ਹਾ ਬਹੁਤ ਨਹੀਂ ਬਹੁਤ ਜ਼ਿਆਦਾ ਉਹਨਾਂ ਦੇ ਅੱਛੇ ਹੰਗਾਰੇ 'ਚ ਸ਼ਾਮਲ ਆ। ਔਰ ਉਹ ਜਿੱਥੇ ਜਿੱਥੇ ਵੀ ਗਿਆ, ਕਿਉਂਕਿ ਉਹ ਹੋਮ ਮਿਨਿਸਟਰ ਆ, ਉਹਨਾਂ ਨੂੰ ਬਹੁਤ ਵੱਡੀ ਮਿਨਿਸਟਰੀ ਉਹਨਾਂ ਕੋਲ, ਸੈਕੰਡ ਟੂ ਪ੍ਰਾਈਮ ਮਿਨਿਸਟਰ ਜਿਹੜੀ ਉਹਨਾਂ ਦੀ ਪੋਸਟ ਹੈਗੀ ਆ। ਔਰ ਉਹਦੇ ਨਾਲ ਰਾਜਨਾਥ ਜੀ ਉਹਨਾਂ ਨਾਲ ਨੇ, ਸੀਤਾ ਰਮਨ ਜੀ ਨਾਲ ਉਹਨਾਂ ਦੇ ਨੇ, ਨਿਰਮਲ ਜੀ, ਔਰ ਇਹਦੇ ਨਾਲ ਕਾਫੀ ਇਹਨਾਂ ਦੀ ਅੱਛੀ ਜਿਹੜੀ ਆ ਮਿਨਿਸਟਰੀ ਵੱਡੀ ਵੀ ਹੈ, ਔਰ ਸੂਝਵਾਨ ਵੀ ਲੋਕ ਹੈਗੇ ਆ। ਪਰ ਆਹ ਜਿਹੜਾ ਬਿਆਨ ਦਿੱਤਾ ਇਹਨਾਂ ਨੇ, ਇਹਨਾਂ ਨੂੰ ਕੁਛ ਲੱਗਾ, ਦੱਸਿਆ ਕੁਛ ਅੱਗੇ, ਅਤੇ ਤਾਦੀ ਨਾ ਕਿਹਾ ਜੇ ਅੱਗੇ ਧੁੰਦ ਨਜ਼ਰ ਆ ਰਹੀ ਹੈ ਜਾਂ ਸੰਘਣਾ ਵਾਲੇ ਜੇ ਵਿਜ਼ਨ ਨਹੀਂ ਹੈਗਾ ਤਾਂ ਸ਼ਾਇਦ ਇਹ ਬਿਆਨ ਨਾ ਦਿੰਦੇ। ਫਿਰ ਆਉਣ ਵਾਲੇ ਸਮੇਂ 'ਚ ਦੇਖੋ ਕੀ ਕੁਛ ਹੁੰਦਾ। ਜੋ ਜੋ ਇਹਨਾਂ ਨੇ ਕੰਮ ਕੀਤੇ ਉਹ ਵੀ ਗਣਾਏ ਲੋਕਾਂ ਨੂੰ ਕਿ ਅਸੀਂ ਆਹ ਕੰਮ ਕਰ ਚੁੱਕੇ ਹਾਂ। ਉਹਨਾਂ ਨੇ ਉੱਥੇ ਦੱਸਿਆ ਵੀ JNK 'ਚ ਕੀ ਕੀਤਾ ਅਸੀਂ, ਹੈ ਨਾ। ਫਿਰ ਇਹਦੇ 'ਚ ਅਯੁੱਧਿਆ ਦਾ ਮਾਮਲਾ ਜਿਹੜਾ ਸੀ ਮੰਦਰ ਦਾ, ਉੱਥੇ ਅਸੀਂ ਕੀ ਕੁਛ ਕਰ ਚੁੱਕੇ ਹਾਂ। ਜਿੱਥੇ ਜਿੱਥੇ ਮਾਮਲੇ ਕਹਿੰਦੇ ਲਟਕ ਰਹੇ ਸੀ, ਅਸੀਂ ਉਹਨਾਂ ਨੂੰ ਸੋਲਵ ਕਰਤਾ, ਹੱਲ ਕਰ ਦਿੱਤਾ। ਔਰ ਗ੍ਰਹਿ ਮੰਤਰੀ ਨੇ, ਹੈ ਨਾ, ਅਮਿਤ ਸ਼ਾਹ ਜੀ, ਉਹਨਾਂ ਦਾ ਕਹਿਣਾ ਬਣਦਾ ਵੀ ਹੈਗਾ, ਇੱਕ ਵੱਡੀ ਉਪਾਧੀ 'ਤੇ ਬੈਠੇ ਆ। ਔਰ ਜਦੋਂ ਉਹਨਾਂ ਨੇ ਦੱਸਿਆ ਐਗਜ਼ਾਮਪਲ ਦੇ ਤੌਰ 'ਤੇ ਵੀ ਆਹ ਸਟੇਟਾਂ 'ਚ ਅਸੀਂ ਦੇਖ ਲਓ ਦਿਨ ਦਿਹਾੜੇ ਵੋਟਾਂ ਦੀ ਬਹੁਮਤ ਲੈ ਕੇ ਜਨਗਣਨਾ ਕਰਕੇ ਅਸੀਂ ਸਾਰਾ ਕੁਛ ਆਪਣੀ ਸਰਕਾਰਾਂ ਬਣਾ ਲਈਆਂ, ਅਤੇ ਰਹਿ ਗਈ ਸਰਕਾਰਾਂ ਦੀ ਲੋਕ ਸਭਾ ਜੀ, ਜਦੋਂ ਸਾਨੂੰ ਸਾਰੇ MP ਬਣ ਜਾਂਦੇ ਆ, ਉਹ ਸਾਡੇ ਆਪਣੇ ਹੀ ਹੱਕ ਦੇ ਹੋਣਗੇ ਅਤੇ ਫਿਰ ਸਾਡਾ ਪ੍ਰਾਈਮ ਮਿਨਿਸਟਰ ਬਣੂਗਾ। ਔਰ ਕਿਆ ਸਰਾਈਆਂ ਵੀ ਹੈਗੀਆਂ ਅਜੇ, ਜਿਹੜਾ ਥੋੜ੍ਹਾ ਬਹੁਤ ਅਸੀਂ ਕਹਿੰਦੇ ਨੇ ਸੱਚ ਕੀ ਹੈ, ਲੋਕਾਂ ਨੇ ਕੀ ਕਹਿਣਾ, ਲੋਕਾਂ ਦੇ ਮਨਾਂ ਵਿੱਚ ਕੀ ਹੈ, ਇਹ ਤਾਂ ਲੋਕ ਜਾਣਨ, ਵੋਟਰ ਜਾਣਨਗੇ, ਲੋਕੀ ਵੋਟਰ ਜਾਣਨਗੇ ਜਿਹੜੇ ਸਾਡੇ ਦੇਸ਼ ਦੇ ਲੋਕ। ਜਾਂ ਕਈ ਵਾਰ ਇਹ ਮੀਡੀਆ ਦਾ ਇਸਤੇਮਾਲ ਕਰਨ ਦਾ ਇੱਕ ਬੜਾ ਸੁਖਾਲਾ ਔਰ ਬੜਾ ਸਟ੍ਰੇਟ ਫਾਰਵਰਡ ਤਰੀਕਾ ਹੁੰਦਾ ਹੈ ਕਿ ਤੁਸੀਂ ਇੱਦਾਂ ਦੀ ਜਦੋਂ ਸਟੇਟਮੈਂਟ ਦੇ ਦਿੰਦੇ ਹੋ ਤਾਂ ਵਾਕਈ ਲੋਕਾਂ ਦਾ ਧਿਆਨ ਤੁਹਾਡੇ ਵੱਲ ਆਕਰਸ਼ਿਤ ਹੁੰਦਾ ਹੈ। ਲੋਕ ਤੁਹਾਡੇ ਵੱਲ ਸੋਚਣਾ ਸ਼ੁਰੂ ਕਰ ਦਿੰਦੇ ਨੇ ਕਿ ਵਾਕਈ ਤੁਸੀਂ ਬਣਨ ਵਾਲੇ ਹੋ, ਵਾਕਈ ਤੁਹਾਨੂੰ ਲੋਕ ਜਿਤਾਉਣ ਵਾਲੇ ਨੇ, ਪੂਰਾ ਦੇਸ਼ ਇਹੀ ਚਾਹੁੰਦਾ ਹੈ। ਵਾਕਈ ਤੁਹਾਡਾ ਓਪੀਨੀਅਨ ਮੋਲਡ ਕਰਨ ਵਾਸਤੇ ਵੀ ਕਈ ਵਾਰ ਇੱਦਾਂ ਦੀ ਸਟੇਟਮੈਂਟ ਦਿੱਤੀ ਜਾਂਦੀ ਹੈ। ਨੇਤਾ ਕੋਈ ਇਹ ਤਾਂ ਬੋਲਣ ਦੀ ਵੱਡੀ ਕਲਾਕਾਰੀ ਹੁੰਦੀ ਹੈ। ਯੈਸ, ਇਹ ਬੜੀ ਸ਼ਾਰਪ ਸਟ੍ਰੈਟਜੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਡਾਇਰੈਕਟਲੀ ਕਿਸੇ ਦੇ ਦਿਮਾਗ ਨੂੰ ਆਪਣੇ ਵੱਲ ਮੋੜ ਲਵੋ। ਸਹੀ ਗੱਲ। ਸੋ ਇਹ ਚੀਜ਼ਾਂ ਇਸ ਕਰਕੇ ਵੀ ਹੋ ਸਕਦੀਆਂ ਕਿ ਮੀਡੀਆ ਦਾ ਬਾਖੂਬੀ ਇਸਤੇਮਾਲ ਕਿਵੇਂ ਕਰਨਾ, ਕਿਉਂਕਿ ਮੀਡੀਆ ਇਸ ਗੱਲ ਨੂੰ ਉਛਾਲੇਗਾ, ਬਿਲਕੁਲ ਬਾਰ-ਬਾਰ ਇਸ ਫੁਟੇਜ ਨੂੰ ਦਿਖਾਏਗਾ ਕਰ ਜਾਊਗੀ ਗੱਲ, ਹੋਮ ਮਿਨਿਸਟਰ ਇਸ ਤਰ੍ਹਾਂ ਕਹਿ ਰਹੇ ਨੇ। ਸੋ ਇਹ ਵੀ ਇੱਕ ਸਟ੍ਰੈਟਜੀ ਦਾ ਹਿੱਸਾ ਹੀ ਹੈ। ਸੋ ਆਪਾਂ ਅੱਗੇ ਵਧਦੇ ਹਾਂ, ਕਿਉਂਕਿ ਅਸਲੀ ਨਤੀਜਾ ਤੇ 2024 ਚ ਪਤਾ ਲੱਗੂਗਾ ਕਿ ਪਬਲਿਕ ਕੀ ਕਹਿੰਦੀ ਹੈ, ਬਿਲਕੁਲ, ਕਿਉਂਕਿ ਹਜੇ ਕਾਫੀ ਸਮਾਂ, ਪੂਰਾ 1 ਸਾਲ ਪਿਆ ਹੈ ਜੀ। ਅੱਗੇ ਆਪਾਂ ਚੱਲਦੇ ਹਾਂ ਕਿ ਜੋਸ਼ੀਮਠ ਸੁਪਰੀਮ ਕੋਰਟ ਵਿੱਚ ਪਟੀਸ਼ਨ ਦੀ ਸੁਣਵਾਈ ਹੋ ਰਹੀ ਹੈ। ਸ਼ਾਇਦ ਆਪਾਂ ਇਸ ਵਕਤ ਰਿਕਾਰਡ ਕਰ ਰਹੇ ਹਾਂ ਤੇ ਇਸ ਵਕਤ ਵੀ ਸੁਣਵਾਈ ਚੱਲ ਰਹੀ ਹੋਏਗੀ। ਇਹ ਵੈਸੇ ਸੁਪਰੀਮ ਕੋਰਟ 'ਚ ਆ ਗਿਆ ਮਸਲਾ, ਜਿੱਥੇ ਚੀਫ ਜਸਟਿਸ ਚੰਦਰਚੂੜ ਜੀ ਤੇ ਉਹਨਾਂ ਦੀ ਜੂਰੀ ਨਾਲ ਹੈਗਾ। ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੀ ਕੌਮੀ ਵਿਪਤਾ
ਉਹਦੇ ਵਿੱਚ ਕੰਸੀਡਰ ਹੋਣਾ ਚਾਹੀਦਾ। ਉਹ 'ਚ ਜਿਹੜੀਆਂ ਵੀ ਗਈਆਂ ਜਾਚਕਾਂ ਪਟੀਸ਼ਨਾਂ ਗਈਆਂ ਉਹਨਾਂ ਦੀ ਸੁਣਵਾਈ ਹੈਗੀ ਆ। ਸੁਪਰੀਮ ਕੋਰਟ ਨੇ ਅਜੇ ਇਹਦੇ 'ਤੇ ਕੋਈ ਹੰਗਾਰਾ ਨਹੀਂ ਸੀ ਭਰਿਆ ਕਿ ਅਸੀਂ ਇਹਨੂੰ ਵਿਪਤਾ ਮੰਨੀਏ ਜਾਂ ਨਾ ਮੰਨੀਏ, ਕਿਉਂਕਿ ਇੱਕ ਸਟੇਟ ਦੀ ਆ, ਉੱਤਰਾਖੰਡ ਦੇ ਵਿੱਚ ਹੀ ਵਾਪਰ ਰਹੀ ਆ। ਜ਼ਮੀਨ ਧੱਸ ਰਹੀ ਹੈ, ਤਰੇੜਾਂ ਪੈ ਰਹੀਆਂ, ਦਫਾੜ ਹੋ ਰਹੀ ਜ਼ਮੀਨ, ਔਰ ਕਈ ਜਗ੍ਹਾ 'ਤੇ ਖੰਨਾ ਜੀ ਜ਼ਮੀਨ ਦੇ ਵਿੱਚੋਂ ਪਾਣੀ ਵੀ ਉਛਲ ਗਿਆ। ਪਾਣੀ ਜਿੱਥੋਂ ਫਟ ਗਿਆ ਪਾਣੀ ਬਾਹਰ ਆ ਰਿਹਾ, ਉਹਦੇ ਵਿੱਚ ਗੰਦਾ ਪਾਣੀ ਜਿਹੜਾ ਉੱਥੋਂ ਤੱਕ ਪਹੁੰਚ ਗਿਆ। ਔਰ ਇਹਦੇ ਵਿੱਚ ਜਿਹੜੇ ਤੀਰਥ ਯਾਤਰਾ 'ਤੇ ਲੋਕ ਜਾਂਦੇ ਨੇ ਉਹ ਵੀ ਬੜੇ ਵਿਚਾਰੇ ਦੁਖੀ ਨੇ ਉੱਥੋਂ ਤੋਂ, ਕਿਉਂਕਿ ਹੇਮਕੁੰਡ ਨੂੰ ਜਾਣ ਲਈ ਹੈਗੇ ਆ। ਬਾਕੀ ਤੀਰਥ ਯਾਤਰਾ ਜਿਹੜੀਆਂ ਹੈਗੀਆਂ ਸਾਰੀਆਂ ਲੋਕ ਜਾ ਰਹੇ ਉਸ ਪਾਸੇ ਨੂੰ। ਅਤੇ ਇਹ 8000 ਫੁੱਟ 'ਤੇ ਉਚਾਈ 'ਤੇ ਉਹ ਜਗ੍ਹਾ ਜਿਹੜੀ ਜੋਸ਼ੀ ਮੱਠ, ਉੱਥੋਂ ਤੱਕ ਉਹ ਪਾਣੀ ਦਾ ਰਿੜ੍ਹਨਾ, ਲੋਕਾਂ ਦਾ ਬਹਿਣਾ, ਕੋਲੋਂ ਪਹਾੜ ਟੁੱਟ ਰਹੇ ਆ, ਬੜਾ ਕੁਛ ਹੈਗਾ। ਹੁਣੇ ਕੁਛ ਇੱਦਾਂ ਦੇ ਵੀ ਨਿਊਜ਼ ਆਈਆਂ ਜਿਹੜੇ ਹੋਟਲ ਆ, ਹੋਟਲਾਂ ਦੇ ਵਿੱਚ ਜਿਹੜਾ ਡਿਸਟੈਂਸ ਹੋ ਰਿਹਾ ਨਹੀਂ, ਉਹ ਆਪੋ ਵਿੱਚ ਜੁੜ ਰਹੇ ਆ ਹੈ ਨਾ, ਤਰੇੜਾਂ ਪੈ ਕੇ ਥੱਲੇ ਨੂੰ ਆ ਰਹੇ ਆ। ਔਰ ਉਹਨਾਂ ਨੂੰ ਤੋੜਨ ਦੀ ਲੱਗੀਆਂ, ਉੱਥੇ ਮਜ਼ਦੂਰ ਲੱਗੇ ਆ ਔਰ ਬਲਡੋਜ਼ਰ ਲੱਗੇ ਵੀ ਇਹਨਾਂ ਨੂੰ ਤੋੜ ਦਈਏ, ਕਿਉਂਕਿ ਜਦੋਂ ਡਿੱਗਣਗੇ ਇਹਨਾਂ ਨੇ ਬੜਿਆਂ ਲੋਕਾਂ ਨੂੰ ਮਾਰ ਸਕਦੇ ਆ ਜੀ। ਔਰ ਇਸ ਤਰ੍ਹਾਂ ਦੀਆਂ ਬਹੁਤ ਹੈਗਾ, ਰੁੱਖ ਡਿੱਗ ਰਹੇ ਆ, ਕਈ ਕੁਛ ਹੋ ਰਿਹਾ ਹੈ ਨਾ, ਜੰਗਲ ਤਬਾਹ ਹੋ ਗਿਆ, ਕਿਉਂਕਿ ਜੰਗਲ ਵਾਲਾ ਏਰੀਆ ਤਾਂ ਬਹੁਤ ਹੈਗਾ। ਜਦੋਂ ਜ਼ਮੀਨ ਖਿਸਕਦੀ ਹੈ ਇੱਕ ਤਰ੍ਹਾਂ ਦਾ ਇਹ ਭੂਚਾਲ ਹੀ ਆ, ਜਿਹਦੇ ਵਿੱਚ ਤਰੇੜਾਂ ਪੈ ਗਈਆਂ। ਜਦੋਂ ਜ਼ਮੀਨ ਦੇ ਵਿੱਚ ਅਰਥਕਵੇਕ ਆਉਂਦਾ ਉਦੋਂ ਵੀ ਤਰੇੜਾਂ ਪੈਂਦੀਆਂ, ਫਟਦੀ ਜ਼ਮੀਨ, ਸਾਰਾ ਹੁੰਦਾ ਉਹੀ। ਔਰ ਇਹਦੇ 'ਚ ਖੇਤੀਬਾੜੀ ਦੀ ਵੀ ਤਬਾਹ ਹੋ ਗਈ, ਜੰਗਲ ਵੀ ਤਬਾਹ ਹੋ ਗਏ, ਲੋਕਾਂ ਦਾ ਜਨਜੀਵਨ ਉਹ ਵੀ ਤਬਾਹ ਹੋ ਰਿਹਾ, ਬੜਾ ਕੁਛ ਹੋ ਗਿਆ। ਵੈਸੇ ਤਾਂ ਕਰੋਪੀ ਹੈ, ਨੈਸ਼ਨਲ ਵਿਪਤਾ ਹੀ ਹੈਗੀ ਆ। ਔਰ ਮੇਰਾ ਖਿਆਲ ਅੱਜ ਇਹ ਡਿਸੀਜਨ ਸੁਪਰੀਮ ਕੋਰਟ ਨੇ ਦੇ ਦੇਣਾ, ਔਰ ਉਹਦੇ ਨਾਲ ਲੋਕਾਂ ਨੂੰ ਥੋੜ੍ਹਾ ਜਿਹਾ ਇਹਦਾ ਸਬਸਟੀਟਿਊਟ ਵੀ ਦਿੱਤਾ ਜਾਊਗਾ, ਲੋਕਾਂ ਨੂੰ ਫੰਡਿੰਗ ਵੀ ਹੋਊਗੀ, ਪੈਸਾ ਵੀ ਦਿੱਤਾ ਜਾਊਗਾ ਜਿੱਥੇ ਜਿੱਥੇ ਲੋਕਾਂ ਦਾ ਨੁਕਸਾਨ ਹੋ ਰਿਹਾ। ਜੇ ਸੁਪਰੀਮ ਕੋਰਟ ਨੇ ਅੱਜ ਇਹਨਾਂ ਨੂੰ ਦੱਸ ਦਿੱਤਾ ਕਿ ਰਾਸ਼ਟਰੀ ਤੌਰ 'ਤੇ ਇੱਕ ਵਿਪਤਾ ਦੇ ਤੌਰ 'ਤੇ ਜਾਣਿਆ ਜਾ ਰਿਹਾ ਹੈਗਾ, ਤਾਂ ਤਦ ਇਹਨੂੰ ਸਾਰਾ ਹੋਊਗਾ। ਕਿਉਂਕਿ ਬੜੀਆਂ ਕਰੋਪੀਆਂ ਜਾਂ ਬੜਾ ਕੁਛ ਹੁੰਦਾ, ਜਦੋਂ ਜ਼ਿਆਦਾ ਮੀਂਹ ਪੈ ਜਾਂਦਾ, ਹੜ੍ਹ ਆ ਜਾਂਦਾ, ਫਸਲਾਂ ਤਬਾਹ ਹੋ ਜਾਂਦੀਆਂ, ਉਹਦੇ ਵਜੋਂ ਪੈਸਾ ਤਾਂ ਗੌਰਮੈਂਟ ਦਿੰਦੀ ਹੈ, ਇਹਨਾਂ ਦਾ ਵੀ ਬਣਦਾ ਹੈਗਾ। ਔਰ ਦੂਜਾ ਮਸਲਾ ਇੱਕ ਹੋਰ ਆ ਰਿਹਾ, ਧਰਮਸ਼ਾਲਾ 'ਚ ਮਕਲੋਡਗੰਜ ਵਾਲੇ ਪਾਸੇ ਵੀ ਆ, ਉੱਧਰ ਵੀ ਜ਼ਮੀਨ ਫਟ ਰਹੀ ਆ। ਔਰ ਉਹਦੇ 'ਚ ਵੀ ਜਿਹੜੇ ਭੂ ਵਿਗਿਆਨੀ ਨੇ, ਅਰਥ ਨੂੰ ਸਮਝਣ ਵਾਲੇ ਹੈਗੇ ਜ਼ਮੀਨ ਨੂੰ, ਉਹ ਸਾਇੰਟਿਸਟ ਵੀ ਉੱਥੇ ਚਲੇ ਗਏ ਕਿ ਉਹ ਉਸ ਪਾਸੇ ਬੇਸਿਕਲੀ ਪਹਾੜੀ ਏਰੀਏ 'ਚ ਜ਼ਿਆਦਾ ਹੁੰਦਾ, ਜਿੱਥੇ ਜਿੱਥੇ ਪਹਾੜ ਹੁੰਦੇ, ਸਾਰਾ ਕੁਛ ਹੁੰਦਾ। ਪਹਾੜ ਵੀ ਟਕਰਾਉਂਦੇ ਆ, ਪੱਥਰ ਵੀ ਆਪਸ 'ਚ ਟਕਰਾਉਂਦੇ ਆ। ਮੈਦਾਨ ਵਾਲੇ ਏਰੀਏ 'ਚ ਨਹੀਂ, ਮੈਦਾਨ ਏਰੀਏ 'ਚ ਜਿਹੜਾ ਅਰਥਕਵੇਕ ਆ ਨਾ, ਭੂਚਾਲ, ਇਹ ਜ਼ਿਆਦਾ ਤਬਾਹ ਕਰ ਦਿੰਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਆਫਤਾਂ ਜਦੋਂ ਆਉਂਦੀਆਂ, ਲੋਕ ਦਾ ਜਨ ਜੀਵਨ ਜਿਹੜਾ ਠੱਪ ਹੋ ਜਾਂਦਾ, ਖਲੋਤ ਆ ਜਾਂਦੀ ਆ, ਉਹਦੇ ਵਿੱਚ ਬੱਚਿਆਂ ਲਈ ਕਰੋਪੀ ਆ ਜਾਂਦੀ ਆ, ਔਰਤਾਂ ਲਈ ਆ ਜਾਂਦੀ ਆ। ਅੱਗੇ ਆਪਣਾ ਦੇਸ਼ ਤਾਂ ਇਹਨਾਂ ਵਿੱਚ ਹੈ ਨਹੀਂ ਅਮੀਰ, ਇਹਨਾਂ ਲੋਕਾਂ ਕੋਲ ਪੂੰਜੀ ਤਾਂ ਹੈ ਨਹੀਂ, ਜਾਂ ਪੂੰਜੀਪਤੀ ਤਾਂ ਹੈ ਨਹੀਂ, ਹੈ ਨਾ। ਲੋਕਾਂ ਨੇ ਵਿਚਾਰਿਆਂ ਨੂੰ ਉਹੀ ਕਮਾਉਣਾ, ਉਹੀ ਖਾਣਾ, ਉਹੀ ਬੱਚਿਆਂ ਨੂੰ ਪੜ੍ਹਾਉਣਾ, ਤਾਂ ਉਹੀ ਸਾਰਾ ਕੁਝ ਕਰਨਾ। ਜਿਸ ਏਰੀਏ 'ਚ ਆਫਤ ਆ ਜਾਂਦੀ ਉੱਥੇ ਕੰਟਰੋਲ ਕਰਨਾ ਸਰਕਾਰ ਤੋਂ ਵੀ ਬਾਹਰ ਦੀ ਗੱਲ ਹੋ ਜਾਂਦੀ। ਬਿਲਕੁਲ ਸਹੀ ਗੱਲ ਹੈ, ਔਰ ਇਹ ਚੀਜ਼ਾਂ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਹੀ ਪਏਗਾ, ਕਿਉਂਕਿ ਜਦੋਂ ਤੱਕ ਲੋਕਾਂ ਦੀ ਬਿਹਤਰੀ ਨਹੀਂ ਹੈ ਉਦੋਂ ਤੱਕ ਤੇ ਕਿਸੇ ਗੱਲ ਦਾ ਕੋਈ ਮਤਲਬ ਨਹੀਂ ਬਣਦਾ। ਬਿਲਕੁਲ, ਕਿਉਂਕਿ ਸਟੇਟ ਦਾ ਲੋਕਾਂ ਨਾਲ ਹੀ ਹੈ, ਸਾਰਾ ਕੰਮ ਲੋਕਾਂ ਦੇ ਨਾਲ ਹੀ ਹੈ, ਦੁਨੀਆ ਨਾਲ ਹੀ ਹੈ। ਬਿਲਕੁਲ ਜੀ। ਸੋ ਬਠਿੰਡਾ ਦੀ ਰਿਫਾਈਨਰੀ ਦੀ ਹੁਣ ਗੱਲ ਕਰਦੇ ਹਾਂ। ਉੱਥੇ ਗੁੰਡਾ ਟੈਕਸ ਫਾਈਲ ਖੋਲ੍ਹ ਦਿੱਤੀ ਹੈ ਵਿਜੀਲੈਂਸ ਨੇ। ਇਹ ਗੁੰਡਾ ਟੈਕਸ ਫਾਈਲ ਕਿਹੜੀ ਹੁੰਦੀ ਹੈ ਜੀ? ਇਹ ਇੱਕ ਰਿਫਾਈਨਰੀ ਹੈ ਨਾ ਉੱਥੇ, ਗੁੰਡਾ ਟੈਕਸ ਨਾ ਬੜਾ ਇੱਦਾਂ ਦਾ ਫਸਟ ਕਲਾਸ ਨਾ, ਹੈ ਨਾ। ਉਹਦੇ ਵਿੱਚ ਜਦੋਂ ਕਾਂਗਰਸ ਸਰਕਾਰ ਸੀ ਨਾ, ਉਸ ਵਜ਼ਾਰਤ ਦੀ ਗੱਲ ਹੈਗੀ ਆ। ਉਹ 'ਚ ਕਈ ਨੇਤਾ ਵੀ ਹੁਣ ਫੜੇ ਜਾਣਗੇ, ਅਤੇ ਇਹਦੇ ਵਿੱਚ ਕਈ ਆਫੀਸਰ ਵੀ ਆਉਣਗੇ। ਇਹ 'ਚ ਰੇਤਾ ਬਜਰੀ ਟਰਾਂਸਪੋਰਟ ਦਾ ਸਾਰਾ ਕੁਛ ਹੋਣਾ ਸੀਗਾ, ਰਿਫਾਈਨਰੀ ਬਣਨ ਲਈ ਮੁਹੱਈਆ ਹੋਣਾ ਸੀਗਾ, ਠੇਕੇ ਜਾ ਰਹੇ ਸੀਗੇ, ਟੈਂਡਰ ਜਾ ਰਹੇ ਸੀਗੇ। ਔਰ ਇਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਇਹਨਾਂ ਕੋਲ ਠੇਕੇ ਦੇ ਆਧਾਰ 'ਤੇ ਜਿਹੜਾ ਵਾ ਉਹ ਗੁੰਡਾ ਟੈਕਸ ਦੇ ਨਾਂ 'ਤੇ ਪੈਸਾ ਇਕੱਠਾ ਕਰੋ। ਔਰ ਕਈਆਂ ਕੋਲ ਰਸੀਦਾਂ ਪਈਆਂ, ਕਈ ਕੁਛ ਹੋਗਾ। ਹੁਣ ਵਿਜੀਲੈਂਸ ਨੇ ਉਹਦੇ 'ਚ ਆਪਣੀ ਚਾਲ ਗੂੜੀ ਕਰਤੀ ਆ, ਤੇਜ਼ੀ 'ਚ ਚਲੇ ਗਈ ਆ। ਔਰ ਉਹਦੇ ਵਿੱਚ SSP ਜਿਹੜੇ ਉੱਥੋਂ ਦੇ ਬਠਿੰਡਾ ਦੇ, ਉਹ ਵਿਜੀਲੈਂਸ ਦੇ, ਉਹ ਉਹਨਾਂ ਨੇ ਕਰਤੀ, ਇਸ ਵੇਲੇ ਸਾਰੇ ਪਾਸੇ ਛਾਪਾ ਮਾਰੀ ਕਰਤੀ ਆ, ਔਰ ਰੇਡ ਸ਼ੁਰੂ ਹੋ ਗਿਆ। ਔਰ ਉਹਦੇ ਵਿੱਚ ਮੇਰਾ ਖਿਆਲ ਹੈ ਕਿ ਜਿਹਦੇ ਵਿੱਚ ਉਸ ਇਲਾਕੇ ਦੇ MLA, ਉਦੋਂ ਦੇ ਮੰਤਰੀ, ਉਹ ਰਿਫਾਈਨਰੀ ਦੇ ਜਿਹੜੇ ਮੈਨੇਜਰ ਆ, ਜਿਹਦੇ ਵਿੱਚ ਉਹ ਕੰਮ ਕਰ ਰਹੇ ਆ ਲੋਕ, ਉਹ ਸਾਰੇ ਕੁਛ ਉਹਨਾਂ ਦੇ ਵਿੱਚ ਫੜੋ ਫੜੀ ਤੇ ਹੋਊਗੀ। ਅਜੇ ਸਬੂਤ ਇਕੱਠੇ ਕਰ ਰਹੇ ਆ ਵੀ ਸਬੂਤ ਕੀ ਹੈਗੇ ਆ। ਇਹ ਸਾਡੇ ਦੇਸ਼ 'ਚ ਪਤਾ ਨਹੀਂ ਹੁੰਦਾ, ਜਦੋਂ ਹੁੰਦਾ ਕੰਮ ਉਦੋਂ ਤਾਂ ਲੋਕਾਂ ਨੂੰ ਪਤਾ ਲੱਗਦਾ, ਵਿਜੀਲੈਂਸ ਨੂੰ ਨਹੀਂ ਪਤਾ ਲੱਗਦਾ, ਪੁਲਿਸ ਨੂੰ ਨਹੀਂ ਪਤਾ ਲੱਗਦਾ, ਨਾਲ ਦੇ ਲੋਕਾਂ ਨੂੰ ਨਹੀਂ ਪਤਾ ਲੱਗਦਾ, ਪੰਚਾਇਤਾਂ ਨੂੰ ਨਹੀਂ ਪਤਾ ਲੱਗਦਾ। ਜਦੋਂ ਸਰਕਾਰ ਚਲੇ ਜਾਂਦੀ ਹੈ ਫਿਰ ਪਤਾ ਲੱਗਦਾ। ਪਤਾ ਹੈ ਪਾਵਰ ਜਿਹੜੀ ਆ ਬੋਲ ਦਿੰਦੀ ਹੈ, ਤਾਕਤ ਜਿੱਥੇ ਹੁੰਦੀ ਹੈ ਉੱਥੇ ਤਾਂ ਲੋਕ ਉਹਦੇ ਵੱਲ ਅੱਖ ਸਿੱਧੀ ਨਹੀਂ ਕਰਦੇ। ਜਦੋਂ ਦੂਜੀਆਂ ਸਰਕਾਰਾਂ ਆ ਜਾਂਦੀਆਂ ਉਹ ਫਿਰ ਫੋਲਾ ਫਾਲੀ ਲਾ ਦਿੰਦੀਆਂ। ਜਿੱਦਾਂ ਹੁਣ ਆਪਾਂ USA ਦੀ ਗੱਲ ਕੀਤੀ ਹੈ ਕਿ ਉਹਦੇ ਵਿੱਚ ਜਿਹੜੀ ਪ੍ਰੈਜ਼ੀਡੈਂਟ ਹੈ ਨਾ ਬਾਈਡਨ ਜੀ, ਉਹਨਾਂ ਦੇ ਵੇਲੇ ਦੇ ਕਾਗਜ਼ ਪੱਤਰ ਦੇ ਇੱਧਰ ਉੱਧਰ ਦੇ ਗਏ ਆ। ਹੁਣ ਕਾਗਜ਼ਾਂ 'ਚ ਪੈਸੇ ਵੀ ਲੱਭਣਗੇ, ਕਈ ਕੁਛ ਲੱਭੂਗਾ, ਸਾਰਾ ਕੁਛ। ਸਾਡੇ ਦੇਸ਼ 'ਚ ਕਈ ਥਾਵਾਂ 'ਤੇ ਹੁੰਦਾ ਵਾ। ਇਹ ਹੁੰਦਾ ਇਸ ਕਰਕੇ ਹੁੰਦਾ, ਨੇਤਾਗਿਰੀ ਕਰਕੇ ਹੁੰਦਾ, ਜਿਹਦੇ ਵਿੱਚ ਪੈਸਾ ਲਾਲਚ ਬਣਾਉਂਦਾ ਵਾ, ਬੋਝੇ ਭਰਨ ਲਈ ਲੋਕ ਕਰਦੇ ਕੰਮ। ਸਭ ਤੋਂ ਵੱਡੀ ਹੈ ਜਿਹੜੀ ਫਾਈਨੈਂਸ਼ੀਅਲ ਜਿਹੜੀ ਲਾਲਚ ਆ, ਉਹਦਾ ਕਰਕੇ ਲੋਕ ਮਰਦੇ ਆ। ਇਹਦੇ ਵਿੱਚੋਂ ਵੀ ਉਹ ਨਿਕਲਣਾ, ਟੈਂਡਰਾਂ ਵਿੱਚੋਂ, ਪੈਸੇ ਵਿੱਚੋਂ, ਟਰਾਂਸਪੋਰਟਾਂ ਵਿੱਚੋਂ। ਜਿਸ ਤਰ੍ਹਾਂ ਕਿ ਅਨਾਜ ਘੁਟਾਲਾ ਹੋਇਆ, ਉਹ 'ਚ ਜਿਹੜੇ ਟੈਂਡਰ ਸੀਗੇ ਉਹ ਸਕੂਟਰਾਂ ਦੇ, ਕਾਰਾਂ ਦੇ ਅਤੇ ਦੂਜਿਆਂ ਦੇ, ਜਿਸ 'ਚ ਬੋਰੀ ਵੀ ਨਹੀਂ ਆ ਸਕਦੀ,
ਜਿੱਥੇ 10 ਕਿਲੋ ਦਾਣੇ ਨਹੀਂ ਰੱਖੇ ਜਾ ਸਕਦੇ, ਉਹਨਾਂ ਦੇ ਨੰਬਰ ਦਿੱਤੇ ਪਏ। ਇਹ ਬੜੀਆਂ ਹਾਸੋ ਹੋਣੀਆਂ ਗੱਲਾਂ ਹੁੰਦੀਆਂ। ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ, ਸਾਡੇ ਦੇਸ਼ ਵੀ ਬਹੁਤ ਇੱਦਾਂ ਦੀ ਹੈਰਾਨੀਜਨਕ ਗੱਲਾਂ ਹੁੰਦੀਆਂ। ਸਾਰੀ ਦੁਨੀਆ 'ਚ ਨੇ ਜੀ, ਸਾਰੀ ਦੁਨੀਆ 'ਚ ਲੋਕ ਇੱਕੋ ਜਿਹੇ ਨੇ ਔਰ ਇਹੀ ਕੁਛ ਹੀ ਚੱਲਦਾ। ਸੋ ਗੁੰਡਾ ਚੱਲਦਾ ਰਹਿਣਾ। ਗੁੰਡਾ ਟੈਕਸ ਬੜਾ ਜ਼ਬਰਦਸਤ ਨਾਂ ਰੱਖਿਆ ਉਹਨਾਂ ਨੇ। ਜਿਹੜਾ ਐਕਟ ਆ, ਗੁੰਡਾ ਐਕਟ, ਉਹ ਬੜਾ ਦੂਜਾ ਇਹਨੂੰ ਕਹਿੰਦੇ ਵੀ ਬੜਾ ਡਰਾਉਣਾ ਜਿਹਾ ਵੀ ਹੈਗਾ, ਹਾਸੋ ਹੋਣਾ ਵੀ ਹੈਗਾ। ਸਰਕਾਰਾਂ ਇੱਦਾਂ ਦਾ ਨਹੀਂ ਕਰਦੀਆਂ ਟੈਕਸ। ਬਿਲਕੁਲ ਜੀ। ਹੁਣ ਇੱਕ ਜਾਂਦੇ ਜਾਂਦੇ ਗੱਲ ਕਰ ਲਈਏ ਕਿ ਜਿਹੜੀ ਪੰਜਾਬ ਦੇ ਅੰਦਰ ਜਿਹੜੀ ਹੁਣ ਸਾਰੀ ਵਿਵਸਥਾ ਹੈ, ਪ੍ਰਸ਼ਾਸਨ ਦੀ, ਐਡਮਿਨਿਸਟ੍ਰੇਸ਼ਨ ਹੈ, ਉਹਨੂੰ ਲੈ ਕੇ ਡੀਜੀਪੀ ਕਾਫੀ ਜ਼ਿਆਦਾ ਸੰਜੀਦਾ ਨੇ, ਕਿਉਂਕਿ ਹੁਣ 26 ਜਨਵਰੀ ਆਉਣ ਵਾਲੀ ਹੈ। ਤਾਂ ਇਸ ਕਰਕੇ ਅਲਰਟ ਵੀ ਕੀਤਾ ਗਿਆ ਹੈ ਤੇ ਨਾਲ ਦੀ ਨਾਲ ਪੁਲਿਸ ਦੀ ਕਿੱਦਾਂ ਬਿਹਤਰੀ ਹੋਵੇ ਉਹਦੇ ਵਾਸਤੇ ਉਹਨਾਂ ਨੂੰ ਜੈਕਟਸ ਵੀ ਦਿੱਤੀਆਂ ਗਈਆਂ ਨੇ, ਵੈਦਰ ਪ੍ਰੂਫ, ਜਿਹਦੇ ਉੱਤੇ ਜੇ ਕੋਈ ਬਾਰਿਸ਼ ਪੈਂਦੀ ਹੈ ਜਾਂ ਠੰਡ ਹੈ ਉਹ ਤੋਂ ਵੀ ਬਚਾਅ ਹੋ ਸਕੇ। ਸੋ ਇਹ ਵੀ ਧਿਆਨ ਦਿੱਤਾ ਜਾ ਰਿਹਾ ਹੈ। ਤੇ ਨਾਲ ਉਹਨਾਂ ਨੇ ਜਿਹੜੀਆਂ ਹੈਲਪਲਾਈਨ ਨੰਬਰਸ ਦਿੱਤੀਆਂ ਹੋਈਆਂ ਨੇ, ਉਹਨਾਂ ਉੱਤੇ ਐਮਰਜੈਂਸੀ ਲਾਈਨਸ ਦਿੱਤੀਆਂ ਨੇ, ਉਹ ਵੀ ਕਾਫੀ ਹੈਲਪ ਮਿਲ ਰਹੀ ਹੈ ਲੋਕਾਂ ਨੂੰ। ਸੋ ਗੌਰਵ ਯਾਦਵ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ, ਪਰ ਇੱਕ ਲਿਮਿਟੇਸ਼ਨਸ ਨੇ ਹਰ ਚੀਜ਼ ਦੀਆਂ। ਕਿਤੇ ਫੰਡ ਦੀ ਪ੍ਰੋਬਲਮ, ਕਿਤੇ ਮੈਨ ਪਾਵਰ ਦੀ ਪ੍ਰੋਬਲਮ, ਕਿਤੇ ਪਬਲਿਕ ਸਾਥ ਨਹੀਂ ਦੇ ਰਹੀ, ਕਿਤੇ ਹਾਲਾਤ ਵੱਸੋਂ ਬਾਹਰ ਹੋ ਜਾਂਦੇ ਨੇ, ਜਿੱਥੇ ਗੈਂਗਸਟਰਸ ਦੀ ਗੱਲ ਹੁੰਦੀ ਹੈ, ਕਿਤੇ ਗੋਲੀ ਚੱਲ ਗਈ, ਕਿਤੇ ਕੋਈ ਧਮਕੀ ਭਰਿਆ ਫੋਨ ਆ ਗਿਆ, ਇਹ ਵੀ ਚੀਜ਼ਾਂ ਹੋ ਜਾਂਦੀਆਂ ਨੇ। ਸੋ ਕੁੱਲ ਮਿਲਾ ਕੇ ਜਿਹੜੀ ਸਥਿਤੀ ਹੈ ਉਹ ਤੁਸੀਂ ਦੱਸੋ ਕੀ ਬਣੀ ਹੋਈ ਹੈ? ਅਸਲ 'ਚ ਇਹ ਹੈਗਾ ਕਿ ਜਦੋਂ ਵੀ ਸਰਕਾਰਾਂ ਨਵੀਆਂ ਆਉਂਦੀਆਂ ਜਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਆਈਆਂ ਹੁੰਦੀਆਂ, ਡਾਇਰੈਕਟਰ ਜਨਰਲ ਪੁਲਿਸ ਜਿਹੜੇ ਆ ਉਹ ਤਾਂ ਉਹਨਾਂ ਨੂੰ ਤਾਂ ਆਪਣਾ ਆਪ ਸੰਭਾਲਣਾ ਪੈਣਾ। ਉਹਨਾਂ ਨੇ ਤਾਂ ਐਡਮਿਨਿਸਟ੍ਰੇਸ਼ਨ ਨੂੰ ਉਸੇ ਤਰੀਕੇ ਨਾਲ ਦੇਖਣਾ। ਸਰਕਾਰ ਭਾਵੇਂ ਕੋਈ ਵੀ ਹੋਵੇ, ਬਿਲਕੁਲ ਉਹਨਾਂ ਤਾਂ ਲੋਕਾਂ ਦੀ ਸੇਵਾ ਕਰਨੀ ਹੈ ਔਰ ਸ਼ਾਂਤੀ ਬਹਾਲ ਕਰਨੀ ਹੈ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ 26 ਜਨਵਰੀ ਹੁਣ ਨੇੜੇ ਹੀ ਹੈਗਾ, ਉਹਦੇ ਵਿੱਚ ਕਿਉਂਕਿ ਦਿੱਲੀ 'ਚ ਤਾਂ ਇਹਦਾ ਜ਼ਿਆਦਾ ਹੁੰਦਾ ਕੰਟਰੋਲ, ਕਿਉਂਕਿ ਉੱਥੇ ਨੇਤਾ ਸਾਰੇ ਇਕੱਠੇ ਹੁੰਦੇ ਆ ਔਰ ਸਾਰੇ ਜੋ ਕੁਛ ਉੱਥੇ ਜਸ਼ਨ ਹੁੰਦੇ ਆ ਆਜ਼ਾਦੀ ਦੇ, ਸਾਰਾ ਕੁਛ ਉੱਥੇ ਮਨਾਏ ਜਾਂਦੇ ਆ ਔਰ ਨੈਸ਼ਨਲ ਫਲੈਗ ਜਿਹੜਾ ਉੱਥੇ ਲਹਿਰਾਇਆ ਜਾਂਦਾ, ਸਾਰਾ ਕੁਝ ਹੁੰਦਾ। ਸਾਡੇ ਪੰਜਾਬ 'ਚ ਵੀ ਹੈ, ਸਾਰੇ ਸੂਬਿਆਂ 'ਚ ਸਾਰਾ ਕੁਛ ਉਸੇ ਤਰ੍ਹਾਂ ਹੀ ਹੋਣਾ। ਪਰ ਆਫਟਰ ਆਲ ਜਿਹੜੀ ਵੀ ਜ਼ਿੰਮੇਵਾਰੀ ਆ ਇਹ ਯਾਦਵ ਜੀ ਦੇ ਸਿਰ 'ਤੇ ਹੈਗੀ ਔਰ ਉਹਦੇ ਨਾਲ ਐਕਸਟਰਨਲ ਜਿਹੜੀ ਸਿਕਿਉਰਿਟੀ ਉਹਨਾਂ ਨੇ ਵੀ ਕਰਨਾ। CRPF ਜਿਹੜੀ ਉਹ ਵੀ ਹੈਗੀ ਹੈ, BSF ਵੀ ਹੈਗੀ ਹੈ। BSF ਤੋਂ ਹੁਣ 50 ਕਿਲੋਮੀਟਰ ਅੰਦਰ ਆਈ ਹੈਗੀ। ਉਹਦੇ ਨਾਲ ਇਹ ਹੈਗਾ ਕਿ 26 ਜਨਵਰੀ ਦੇ ਨਾਲ ਨਾਲ ਵੈਸੇ ਵੀ ਕਈ ਜਗ੍ਹਾ 'ਤੇ ਜਿਹੜੇ ਸੈਂਸਿਟਿਵ ਏਰੀਆ, ਉੱਥੇ ਇਹਨਾਂ ਨੂੰ ਪਤਾ ਹੁੰਦਾ ਕਿ ਇੱਥੇ ਕੁਛ ਨਾ ਕੁਛ ਹੋ ਸਕਦਾ। ਔਰ ਉਦੋਂ ਪਹਿਲਾਂ ਧਮਕੀਆਂ ਵੀ ਆਉਂਦੀਆਂ, ਬੜੀਆਂ ਥ੍ਰੈਟਨਿੰਗ ਆਉਂਦੀਆਂ, ਸੋਸ਼ਲ ਮੀਡੀਆ 'ਤੇ, ਫੋਨ 'ਤੇ ਆਉਂਦੀਆਂ ਔਰ ਡਾਇਰੈਕਟ ਆਉਂਦੀਆਂ। ਪਤਾ ਕਿ ਇਹਨਾਂ ਨੂੰ ਨੇਤਾ ਨੇ ਜਿਹੜੇ, ਉਹਨਾਂ ਨੂੰ ਕਾਮਨ ਮੈਨ ਨੂੰ ਨਹੀਂ ਮਤਲਬ ਇਹਦੇ ਨਾਲ। ਕਾਮਨ ਮੈਨ ਤਾਂ ਵਿਚਾਰਾ ਆ ਗਿਆ ਚਲੇ ਗਿਆ, ਉਹਨੂੰ ਕੋਈ ਫਿਕਰ ਨਹੀਂ ਗਾ। ਫਿਕਰ ਕਿ ਇਹਨਾਂ ਨੂੰ ਹੋ ਜਾਂਦਾ ਜਿਹੜੇ ਰਾਜਨੇਤਾ ਨੇ, MLA ਨੇ, ਮੰਤਰੀ ਆ, ਉਹਨਾਂ ਨੂੰ ਆਪਣਾ ਆਪ ਸਿਕਿਉਰ ਕਰਨਾ ਪੈਂਦਾ। ਉਹਦੇ ਵਿੱਚ ਸਾਰਾ ਕੁਛ ਹੈਗਾ ਔਰ ਉਹਦੇ ਵਿੱਚ 26 ਜਨਵਰੀ ਨੂੰ ਇਹਨਾਂ ਨੂੰ ਵੱਡੇ ਨੇਤਾ ਵੈਸੇ ਵੀ ਬਾਹਰ ਆ ਰਹੇ ਆ। ਨਵਜੋਤ ਸਿੱਧੂ ਜੀ ਦਾ ਤਾਂ ਡਿਕਲੇਅਰ ਹੋ ਗਿਆ, ਉਹ ਵੀ ਬਾਹਰ ਆ ਰਹੇ ਆ, ਉਹ ਵੀ ਇੱਥੇ ਸ਼ਾਮਲ ਹੋਣਗੇ। ਸਾਰਾ ਕੁਛ ਸਿਕਿਉਰਿਟੀ ਉਹਨਾਂ ਨੂੰ ਚਾਹੀਦੀ ਆ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਜਦੋਂ ਸਿੱਧੂ ਮੂਸੇਵਾਲਾ ਜੀ ਦਾ ਕਤਲਕਾਂਡ ਸੀ ਹੋਇਆ, ਉਦੋਂ ਉਹਨਾਂ ਨੇ ਸਿਕਿਉਰਿਟੀ ਵਿਡਰਾ ਕਰ ਲਈ ਔਰ ਦੁਬਾਰਾ ਵਿਡਰਾ ਕਰਨ ਨਾਲ ਫਿਰ ਸੈਂਸਿਟਿਵ ਏਰੀਆ ਜਿਹੜਾ ਉੱਦਾਂ ਦਾ ਸੀਗਾ, ਲੋਕ ਫਿਰ ਡਰੇ, ਬੜਾ ਕੁਝ ਹੋ ਗਿਆ। ਅਖਬਾਰਾਂ ਨੇ ਵੀ ਚੱਕਿਆ ਮਸਲਾ, ਸੋਸ਼ਲ ਮੀਡੀਆ ਨੇ ਵੀ ਚੱਕਿਆ ਮਸਲਾ, ਸਾਰੇ ਦੇਸ਼ 'ਚ ਇੱਕ ਰੌਲਾ ਪੈ ਗਿਆ। ਫਿਰ ਦੁਬਾਰਾ ਇਹਨਾਂ ਨੂੰ ਉਸੇ ਤਰ੍ਹਾਂ ਮੇਨਟੇਨ ਕਰਨਾ ਪਿਆ। ਫਿਰ ਸਿਕਿਉਰਿਟੀ ਦਿੱਤੀ, ਬਕਾਇਦਾ ਲਿਖਵਾਇਆ ਗਿਆ ਉਹਨਾਂ ਕੋਲ ਕਿ ਸਾਨੂੰ ਸਿਕਿਉਰਿਟੀ ਚਾਹੀਦੀ ਆ। ਉਹਦੇ ਨਾਲ ਹੋਰ ਭਬਲ ਭੂਸਾ ਪੈ ਗਿਆ, ਜਿੱਦਾਂ ਚੱਲਦਾ ਚੱਲਣ ਦਿਓ ਉਹਨੂੰ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਹੁਣ ਇਹਨਾਂ ਨੇ ਆ ਕੇ ਹੁਣ ਫਿਰ ਸਤਰਕ ਹੋ ਗਏ ਜ਼ਿਆਦਾ, ਇਸ ਕਰਕੇ ਹੋ ਗਿਆ ਕਿ 26 ਜਨਵਰੀ ਆਉਣ ਕਰਕੇ ਹੈਗਾ। ਸਾਡੇ ਨਾਲ ਜਿਹੜੇ ਆ ਦੇਸ਼ ਨੇ, ਪਾਕਿਸਤਾਨ ਆ ਇਸ ਪਾਸਿਓਂ, ਅਫਗਾਨਿਸਤਾਨ ਤੋਂ ਵੀ ਆ, ਰਾਜਸਥਾਨ ਵਾਲੇ ਪਾਸਿਓਂ ਵੀ ਆਉਂਦਾ। ਜੇ ਨਸ਼ਾ ਆਉਂਦਾ ਤਾਂ ਹਥਿਆਰ ਵੀ ਨਾਲ ਆਉਂਦੇ ਆ, ਹੈ ਨਾ। ਡਰੋਨ ਵਾਲੇ ਪਾਸੇ ਉਹ ਵੀ ਬੜਾ ਕੁਝ ਸੁੱਟ ਜਾਂਦੇ ਆ। ਇਹਨਾਂ ਨੂੰ ਹੁਣ ਇਸ ਕਰਕੇ ਇਹਨਾਂ ਨੂੰ ਬੜੇ ਏਰੀਆ ਜਿਹੜਾ ਖਾਸ ਤੌਰ 'ਤੇ ਬਾਰਡਰ ਡਿਸਟ੍ਰਿਕਟ ਨੇ, ਫਿਰੋਜ਼ਪੁਰ ਆ, ਫਰੀਦਕੋਟ ਆ, ਅੰਮ੍ਰਿਤਸਰ ਵਾ, ਹੈ ਨਾ, ਗੁਰਦਾਸਪੁਰ ਆ, ਇਸ ਏਰੀਆ ਨੂੰ ਇਹਨਾਂ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਪੈਣਾ। ਇਸੇ ਕਰਕੇ ਇਹ ਕਾਮਨ ਮੈਨ ਦੀ ਤਾਂ ਗੱਲ ਨਹੀਂ ਹੈਗੀ, ਸਿਕਿਉਰਿਟੀ ਹਰ ਵਾਰੀ ਕਰਦੀ ਹੈ। ਐਤਕੀ ਕੋਈ 26 ਜਨਵਰੀ ਪਹਿਲੀ ਵਾਰਾਂ ਤਾਂ ਨਹੀਂ, ਹਰ ਸਾਲ ਮਨਾਉਂਦੇ ਆ, ਹਰ ਸਾਲ ਉਸੇ ਤਰ੍ਹਾਂ ਹੁੰਦਾ। ਇਹਨਾਂ ਨੂੰ ਉਸ ਏਰੀਆ ਦਾ ਪਤਾ ਵੀ ਹੈਗਾ, ਉਹਨਾਂ ਉੱਥੇ ਹਥਿਆਰਬੰਦ ਹੈ ਵੀ ਆ। ਇਹਨਾਂ ਨੇ ਆਪਣੇ ਜਗੜਬੰਦ ਲਾ ਲਏ ਪੂਰੇ ਦੇ ਪੂਰੇ, ਉਹਨਾਂ ਦੀ ਕੋਈ ਡਰ ਦੀ ਗੱਲ ਨਹੀਂ ਹੁੰਦੀ, ਪਰ ਫਿਰ ਵੀ ਸਤਰਕ ਰਹਿਣਾ ਹੁੰਦਾ ਹੀ ਆ। ਬਿਲਕੁਲ ਕਈ ਵਾਰੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਵੀ ਜਾਂਦੀਆਂ ਜਿਹੜੀਆਂ ਨਾ ਸਹਾਰਨਯੋਗ ਹੋਣਗੀਆਂ, ਤਾਂ ਮੇਰਾ ਖਿਆਲ ਇਹਨਾਂ ਨੇ ਬੜੀ ਟਾਈਟ ਸਿਕਿਉਰਿਟੀ ਦੇ ਲਿਹਾਜ਼ ਨਾਲ ਬਣਾਉਣਗੇ। ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ। ਤੇ ਪੁਲਿਸ ਵੀ ਕਾਫੀ ਅਲਰਟ ਹੈ, ਵੈਸੇ ਵੀ ਪੁਲਿਸ ਬਹੁਤ ਅਲਰਟ ਰਹਿੰਦੀ ਹੈ। ਪੰਜਾਬ ਦੀ ਪੁਲਿਸ ਤੁਹਾਨੂੰ ਪਤਾ ਹੀ ਹੈ ਜਿੱਦਾਂ ਦੀ ਹੈ। ਹਾਂ ਬਿਲਕੁਲ, ਕੰਮ ਤਾਂ ਠੀਕ ਕਰਦੇ ਆ। ਬਿਲਕੁਲ ਸਹੀ ਗੱਲ ਹੈ। ਸੋ ਚੱਲਿਆ ਜਾਵੇ ਜੀ, ਜ਼ਰੂਰ ਜੀ ਬਿਲਕੁਲ। ਔਰ ਤੁਸੀਂ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ ਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਜ਼ਰੂਰ ਕਰੋ। ਸਤਿ ਸ਼੍ਰੀ ਅਕਾਲ ਜੀ।